ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ ਕਾਹੇ ਨਾਈਆ। ਨਾਤਾ ਸੋ ਪਰਵਾਣ ਸੱਚ ਕਮਾਈਆ। ਕਾਇਆ ਕੂੜ ਵਿਗਾੜ ਕਾਹੇ ਨਾਈਆ। ਨਾਤਾ ਸੋ ਪਰਵਾਣ ਸੱਚ ਕਮਾਈਆ। ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਆ। ਲਿਖੇ ਬਾਝੋ ਸੁਰਤ ਨਾਹੀ ਬੋਲ ਬੋਲ ਗਵਾਈਆ। ਜਿੱਥਾ ਜਾਏ ਬਹੀਆ ਭਲਾ ਕਹੀਆ। ਸੁਰਤ ਸ਼ਬਦ ਲਿਖਾਈਆ। ਕਾਇਆ ਕੂੜ ਵਿਗਾੜ ਕਾਹੇ ਨਾਈਆ। ਜਿੱਥਾ ਜਾਏ ਬਹੀਆ ਭਲਾ ਕਹੀਆ। ਸੁਰਤ ਸ਼ਬਦ ਲਿਖਾਈਆ। ਕਾਇਆ ਕੂੜ ਵਿਗਾੜ ਕਾਹੇ ਨਾਈਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰੋਂ ਘਰੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਹੋਇਆ ਹੈ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਸੰਗਤ ਵਿੱਚ ਪਹੁੰਚੇ ਹੋ ਔਰ ਘਰਾਂ ਦੇ ਅੰਦਰ ਵੀ ਦੂਰ ਨੇੜੇ ਜੁੜ ਕੇ ਗੁਰ ਸ਼ਬਦ ਵਿਚਾਰ ਸਰਵਣ ਕਰਨ ਲਈ ਤਤਪਰ ਹੋ। ਅੱਜ ਦਾ ਸ੍ਰੀ ਮੁਖ ਵਾਕ ਸਤਿਗੁਰੂ ਗਰੀਬ ਨਵਾਜ ਜੀ ਦੇ 565-66 ਅੰਗ ਉੱਪਰ ਹੈ ਔਰ ਵਡਹੰਸ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 4 ਸ਼ੰਤ ਹਨ। ਸਮੁੱਚੇ ਸ਼ਬਦ ਦਾ ਸੰਖੇਪ ਜਿਹਾ ਭਾਵ ਸਤਿਗੁਰੂ ਦੇ ਬਚਨ ਹਨ ਕਿ ਮਨੁੱਖ ਨੂੰ ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਲ ਇੱਕਮਿਕ ਹੋ ਕੇ ਉਹਦੇ ਨਾਲ ਮਿੱਤਰਤਾ ਦੋਸਤੀ ਉਹਦੇ ਹੁਕਮ ਵਿੱਚ ਵਿਚਰ ਕੇ ਉਹਦੇ ਭਾਣੇ ਵਿੱਚ
ਰਹਿਣ ਦਾ ਇੱਕ ਜੋ ਆਨੰਦ ਸੀ, ਜੋ ਰਸਤਾ ਸੀ ਉਹਦੇ ਘਰ ਤੱਕ ਜਾਣ ਦਾ, ਉਸ ਰਸਤੇ ਨੂੰ ਤਿਆਗ ਕੇ ਮਨੁੱਖ ਨੇ ਆਪਣੇ ਮਨ ਦੇ ਪਿੱਛੇ ਲੱਗ ਕੇ, ਸੰਸਾਰ ਦੇ ਕਾਇਆਂ ਦੇ ਪਿੱਛੇ ਲੱਗ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਲ ਵਿਗਾੜ ਪਾ ਲਿਆ ਹੈ। ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਦੀ ਇਹਦੇ ਨਾਲ ਵਿਗੜ ਗਈ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਮਿੱਤਰ ਕਿਹਾ ਹੈ, ਦੋਸਤ ਕਿਹਾ ਹੈ, ਤੇ ਮਿੱਤਰਤਾ ਉਹਦੇ ਨਾਲ ਬਣਦੀ ਹੈ, ਉਹਦੇ ਨਾਲ ਹੁੰਦੀ ਹੈ ਜਿਹਦੇ ਨਾਲ ਸਾਡੀ ਬਣ ਆ ਜਾਏ, ਤੇ ਬਣ ਉਹਦੇ ਨਾਲ ਆਉਂਦੀ ਹੈ ਜਿਹਦੇ ਨਾਲ ਸਾਡਾ ਸੁਭਾਅ ਮਿਲੇ। ਪਰਮਾਤਮਾ ਦਾ ਸੁਭਾਅ ਕੀ ਹੈ? 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮਾਤਮਾ ਦਾ ਸੁਭਾਅ ਹੀ ਹੈ। ਜਿੱਦਣ ਬਾਣੀ ਨਾਲ ਬਣ ਆ ਗਈ, ਜਿੱਦਣ ਬਾਣੀ ਦੇ ਨਾਲ ਸਾਡੀ ਸਹਿਮਤੀ ਹੋ ਗਈ, ਜਿੱਦਣ ਗੁਰੂ ਦੇ ਹੁਕਮ ਨਾਲ ਅਸੀਂ ਇਸ ਤਰ੍ਹਾਂ ਵਹਿਣ ਲੱਗ ਪਏ ਜਿਵੇਂ ਇੱਕ ਪੱਤਾ ਪਾਣੀ ਦੇ ਉੱਤੇ ਦਰਿਆ ਦੇ ਵਿੱਚ ਵਹੀ ਜਾਂਦਾ ਹੈ, ਕੋਈ ਵਿਰੋਧ ਨਹੀਂ ਕਰਦਾ, ਉਸ ਦਿਨ ਪਰਮਾਤਮਾ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੋਰ ਕੋਈ ਵੀ ਰਾਹ ਨਹੀਂ ਦੱਸਿਆ ਗਿਆ। ਇੱਕੋ ਹੀ ਰਾਹ ਹੈ ਕਿ ਅਕਾਲ ਪੁਰਖ ਦੇ, ਉਹਦੀ ਰਜ਼ਾ, ਉਹਦੀ ਖੁਸ਼ੀ ਵਿੱਚ ਇੱਕਮਿਕ ਹੋ ਜਾ, ਉਹਦੇ ਹੁਕਮ ਦੇ ਨਾਲ ਤੁਰਨ ਦੀ ਜਾਚ ਸਿੱਖ ਲੈ। ਬਸ ਸਭ ਤੋਂ ਸੌਖਾ ਰਸਤਾ ਹੈ। ਨਹੀਂ ਤਾਂ ਹੋਰ ਜਿੰਨੇ ਮਰਜ਼ੀ ਕਰਮ ਕਰੀ, ਉਹਨਾਂ ਕਰਮਾਂ ਕਰਕੇ ਪ੍ਰਵਾਨ ਨਹੀਂ ਹੋਣਾ। ਹਾਂ, ਜੇ ਕੋਈ ਕਰਮ ਭਾਣੇ ਤੱਕ ਲੈ ਕੇ ਜਾਂਦਾ ਹੈ ਤੇ ਉਹ ਕਰਮ ਵੀ ਪ੍ਰਵਾਨ ਹੈ, ਪਰ ਉਹ ਕਰਮ ਸਿਰਫ ਸਪੋਰਟ ਦੇ ਰਿਹਾ ਮਨੁੱਖ ਨੂੰ ਪਰਮਾਤਮਾ ਦੇ ਭਾਣੇ ਤੱਕ ਲਿਜਾਣ ਵਾਸਤੇ, ਉਹ ਮੁੱਖ ਸਾਧਨ ਨਹੀਂ ਹੈ। ਇਹ ਸੰਖੇਪ ਜਿਹਾ ਸਾਰੇ ਛੰਤਾਂ ਦਾ ਸਮੁੱਚੇ ਤੌਰ ਤੇ ਭਾਵ ਹੈ। ਸਤਿਗੁਰੂ ਸਾਡੇ ਅਕਾਲ ਪੁਰਖ ਦੇ ਨਾਲ ਵਿਗਾੜ ਪੈਣ ਦੀ ਅਵਸਥਾ ਦਾ, ਕਾਇਆਂ ਦਾ ਵਿਗੜ ਜਾਣਾ, ਜੀਵਨ ਦਾ ਵਿਗੜ ਜਾਣਾ, ਉਹਦਾ ਜ਼ਿਕਰ ਸ਼ੁਰੂ ਤੋਂ ਕਰ ਰਹੇ ਹਨ। ਵਡਹੰਸ ਰਾਗ ਵਿੱਚ ਮਹਾਰਾਜ ਫਰਮਾਉਂਦੇ ਹਨ। ਸਤਿਗੁਰਾਂ ਦਾ ਇੱਕ ਇੱਕ ਵਚਨ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਆਓ ਪਿਆਰ ਦੇ ਨਾਲ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਹੈ ਔਰ ਮਹੱਲਾ ਪਹਿਲਾ, ਭਾਵ ਪਹਿਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਹਿਲੇ ਸਰੀਰ ਦੇ ਵਿੱਚ ਜੋਤ, ਜੋ ਪਰਮਾਤਮਾ ਦੀ ਜੋਤ ਹੈ, ਉਹ ਗਿਆਨ ਦੇ ਰਹੀ ਹੈ, ਪ੍ਰਕਾਸ਼ ਦੇ ਰਹੀ ਹੈ। ਵਡਹੰਸ, ਵੱਡਾ ਹੰਸ। ਇੱਕ ਹੁੰਦਾ ਹੰਸ, ਉਹ ਪੰਛੀ ਹੈ, ਮੋਤੀ ਚੁਗਦਾ, ਉਹਦੇ ਵਿੱਚ ਚਿੰਝ ਵਿੱਚ ਇੱਕ ਖਾਸ ਤਰ੍ਹਾਂ ਦੀ ਤਾਕਤ ਹੈ ਕਿ ਉਹ ਦੁੱਧ ਤੇ ਪਾਣੀ ਨੂੰ ਵੱਖਰਾ ਕਰ ਦਿੰਦਾ। ਇੱਥੇ ਵਡਹੰਸ ਦਾ ਅਰਥ ਹੈ ਵੱਡਾ ਹੰਸ, ਗੁਰਮੁਖ, ਗੁਰਸਿੱਖ, ਜੋ ਇੱਥੇ ਸੰਸਾਰ ਦੇ ਵਿੱਚ ਝੂਠ ਤੇ ਸੱਚ ਨੂੰ ਅਲੱਗ ਕਰ ਦਿੰਦਾ ਹੈ, ਸੱਚ ਨੂੰ ਚੁਣ ਲੈਂਦਾ, ਝੂਠ ਨੂੰ ਤਿਆਗ ਦਿੰਦਾ ਹੈ। ਉਸ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਪਹਿਲੇ ਪਾਤਸ਼ਾਹ ਸ਼ੰਤ ਉਚਾਰਨ ਕਰਦੇ ਹਨ। ਔਰ ਹੈਡਿੰਗ ਜਿਹੜਾ ਸਿਰਲੇਖ ਹੈ ਇਸ ਬਾਣੀ ਦਾ ਮੰਗਲਾ ਚਰਨ ਹੈ, ਉਹ ਪ੍ਰਯੋਜਨ ਦੱਸ ਰਹੇ ਹਨ। ਇੱਕ ਅਕਾਲ ਪੁਰਖ ਜੋ ਸਰਵ ਵਿਆਪਕ ਧੁਨੀ ਸਰੂਪ ਹੈ, ਸਾਰੇ ਥਾਵਾਂ ਤੇ ਇੱਕ ਓੰਕਾਰ ਦੀ ਧੁਨ ਬਣ ਕੇ ਸਮਾਇਆ ਹੋਇਆ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਕਾਇਆ ਕੂੜ ਵਿਗਾੜ ਕਾਹੇ ਨਾਈਆ। ਮਹਾਰਾਜ ਦੇ ਬਚਨ ਸਮਝਣ ਵਾਲੇ ਹਨ। ਕਾਇਆ ਕੂੜ ਵਿਗਾੜ ਕਾਹੇ ਨਾਈਐ। ਇਹਦੇ ਵਿੱਚ ਕੁਐਸਚਨ ਕੀਤਾ ਗਿਆ, ਸਵਾਲ ਕੀਤਾ ਗਿਆ ਵੀ ਤੂੰ ਕੀ ਕਰ ਰਿਹਾ? ਨਹਾ ਰਿਹਾ ਹੈ, ਇਸ਼ਨਾਨ ਕਰ ਰਿਹਾ ਹੈ। ਇੱਥੇ ਨਹਾਉਣ ਦਾ ਅਰਥ ਹੈ ਸਾਰੇ ਧਾਰਮਿਕ ਕਰਮ। ਜਦੋਂ ਇੱਕ ਕਰਮ ਆਉਂਦਾ ਤੇ ਧਾਰਮਿਕ ਜਿੰਨੇ ਵੀ ਕਰਮ ਨੇ
ਇਹ ਕਿਸ ਵਾਸਤੇ ਕਰ ਰਿਹਾ ਹੈ, ਤੇਰਾ ਪ੍ਰਯੋਜਨ ਕੀ ਹੈ? ਕਿਉਂਕਿ ਕਰਮ ਦੇ ਉੱਤੇ ਆਧਾਰਿਤ ਨਹੀਂ ਹੈ ਵੀ ਆਪਾਂ ਕੰਮ ਕੀ ਕਰ ਰਹੇ ਹਾਂ, ਮਤਲਬ ਇਹ ਹੈ ਆਪਣੀ ਭਾਵਨਾ ਕੀ ਹੈ, ਕੰਮ ਦੇ ਪਿੱਛੇ ਭਾਵਨਾ ਕੀ ਹੈ। ਸਾਰੇ ਧਾਰਮਿਕ ਕਰਮ ਨੇ ਆਪੋ ਆਪਣੇ ਧਰਮਾਂ ਦੇ ਲੋਕਾਂ ਨੇ, ਉਹਨਾਂ ਪੈਗੰਬਰਾਂ ਨੇ ਕਰਮ ਮਿਥੇ ਹਨ ਜਿਨ੍ਹਾਂ ਦੇ ਸਹਾਰੇ ਮਨੁੱਖ ਪਰਮਾਤਮਾ ਤੱਕ ਜਾਏ, ਉਹਨਾਂ ਦੀ ਇਹ ਇੱਛਾ ਹੁੰਦੀ ਹੈ। ਪਰ ਸਮਾਂ ਪਾ ਕੇ ਉਹ ਕਰਮ ਤਾਂ ਮਨੁੱਖ ਉਸ ਤਰ੍ਹਾਂ ਹੀ ਕਰਦਾ, ਪਰ ਉਹਨਾਂ ਦੀ ਭਾਵਨਾ ਬਦਲ ਜਾਂਦੀ ਹੈ। ਕਾਹਦੇ ਵਾਸਤੇ ਕਰ ਰਿਹਾ ਹੈ? ਮਹਾਰਾਜ ਕਹਿੰਦੇ ਜੇ ਤੂੰ ਉਹਨੂੰ ਭਾਉਂਦਾ ਹੀ ਨਹੀਂ ਜਿਹੜਾ ਕਰਮ ਕਰ ਰਿਹਾ ਹੈ, ਤੇ ਤੂੰ ਵਿਗਾੜ ਪਾ ਲਿਆ ਪਰਮਾਤਮਾ ਦੇ ਨਾਲ, ਤੇਰੀ ਕਾਇਆ ਜਿਹੜੀ ਹੈ, ਤੇਰਾ ਜੀਵਨ ਜਿਹੜਾ ਉਹਦਾ ਵਿਗਾੜ ਪੈ ਗਿਆ, ਉਹ ਝਗੜਾ ਪੈ ਗਿਆ ਪਰਮਾਤਮਾ ਦੇ ਨਾਲ। ਪਰਮਾਤਮਾ ਦੇ ਤੂੰ ਵਿਰੋਧ ਵਿੱਚ ਚੱਲ ਰਿਹਾ, ਗੁਰੂ ਦੇ ਹੁਕਮ ਵਿੱਚ ਨਹੀਂ ਚੱਲ ਰਿਹਾ, ਉਹਦੇ ਤੋਂ ਉਲਟ ਚੱਲ ਰਿਹਾ। ਫਿਰ ਤੂੰ ਭਾਵੇਂ ਨਹਾ, ਭਾਵੇਂ ਤੀਰਥਾਂ ਤੇ ਜਾ, ਭਾਵੇਂ ਕੋਈ ਪਾਠ ਪਠਣ ਕਰ ਲੈ, ਭਾਵੇਂ ਕੋਈ ਪੁੰਨ ਦਾਨ ਕਰ ਲੈ, ਭਾਵੇਂ ਕੋਈ ਚੰਗਿਆਈਆਂ ਕਰ ਲੈ, ਭਾਵੇਂ ਕੋਈ ਨੇਕੀਆਂ ਕਰ ਲੈ, ਜੇ ਤੂੰ ਸ਼ੁੱਧ ਨੀਅਤ ਨਾਲ ਉਹਨੂੰ ਮਿਲਣਾ ਹੀ ਨਹੀਂ ਚਾਹੁੰਦਾ, ਤੂੰ ਉਹਦੇ ਚਰਨਾਂ ਦੇ ਵਿੱਚ ਲੀਨ ਹੀ ਨਹੀਂ ਹੋਣਾ ਚਾਹੁੰਦਾ, ਤੇ ਜੇ ਤੂੰ ਆਪਣੇ ਆਪ ਨੂੰ ਕੋਈ ਵੀ ਕਰਮ ਕਰਕੇ ਵੱਡਾ ਬਣਾਉਣਾ ਚਾਹੁੰਦਾ ਹੈ, ਤੇ ਫਿਰ ਉਹ ਕਰਮ ਉਹਦੇ ਦਰ ਤੇ ਪ੍ਰਵਾਨ ਨਹੀਂ ਹੈ। ਜਪਜੀ ਸਾਹਿਬ ਵਿੱਚ ਵੀ ਆਪ ਸੁਣਦੇ ਹੋ, ਮਹਾਰਾਜ ਕਹਿੰਦੇ ਤੀਰਥ ਨਹਾਵਾ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਤੀਰਥਾਂ ਦਾ ਇਸ਼ਨਾਨ ਹੈ, ਹੁਣ ਗੁਰੂ ਘਰ ਦੇ ਵਿੱਚ ਸਰੋਵਰਾਂ ਦਾ ਇਸ਼ਨਾਨ ਹੈ। ਆਪ ਆਏ ਹੋ ਦਰਬਾਰ ਸਾਹਿਬ ਦੇ, ਹਰਿਮੰਦਰ ਸਾਹਿਬ ਦੇ ਆਪ ਜੀ ਨੇ ਦਰਸ਼ਨ ਮੇਲੇ ਕੀਤੇ ਹਨ, ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਮੇਲੇ ਕੀਤੇ। ਗੁਰੂ ਧਾਮਾਂ ਦਾ ਆਪਣਾ ਵਿਗਿਆਨ ਹੈ, ਤਖਤਾਂ ਦਾ ਆਪਣਾ ਵਿਗਿਆਨ ਹੈ, ਸਰੋਵਰਾਂ ਦਾ ਆਪਣਾ ਵਿਗਿਆਨ ਹੈ। ਕੀ ਕਾਰਨ ਹੈ ਇਹਨਾਂ ਦਾ? ਇਹਦੇ ਪਿੱਛੇ ਕੀ ਰੀਜਨ ਸੀ? ਕਿਉਂ ਇਹ ਬਣਾਏ ਗਏ ਨੇ? ਭਾਵੇਂ ਕੋਈ ਵੀ ਸੀ, ਗੁਰਮਤਿ ਦੇ ਅੰਦਰ ਮੁੱਖ ਕਾਰਜ ਸੀ ਬਾਣੀ ਨਾਲ ਜੁੜਨਾ, ਨਾਮ ਨਾਲ ਜੁੜਨਾ। ਇਹ ਸਾਰੇ ਸਾਧਨ ਸਨ, ਭਾਵੇਂ ਗੁਰੂ ਧਾਮ ਨੇ, ਭਾਵੇਂ ਗੁਰੂ ਸਰੋਵਰ ਨੇ। ਗੁਰੂ ਸਾਹਿਬ ਨੇ ਜਿੱਥੇ ਜਿੱਥੇ ਚਰਨ ਪਾਏ ਨੇ, ਸਿੱਖ ਉੱਥੋਂ ਦੀ ਚਰਨ ਧੂੜ ਲੈਂਦਾ ਹੈ। ਉਹਦੇ ਪਿੱਛੇ ਜੋ ਮੁੱਖ ਮਕਸਦ ਹੈ ਉਹ ਅਕਾਲ ਪੁਰਖ ਦੇ ਨਾਮ ਨਾਲ ਜੁੜਨਾ ਹੈ, ਬੰਦਗੀ ਦੇ ਨਾਲ ਸਾਂਝ ਪਾਉਣੀ ਹੈ। ਜੇ ਬੰਦਗੀ ਨਹੀਂ ਕਰਦਾ ਔਰ ਨਾਮ ਨਹੀਂ ਜਪਦਾ ਔਰ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਖੁਸ਼ ਨਹੀਂ ਰਹਿੰਦਾ, ਉਹਦੇ ਨਾਲ ਝਗੜਦਾ ਹੀ ਰਹਿੰਦਾ, ਉਹਨੇ ਮੈਨੂੰ ਆਹ ਨਹੀਂ ਦਿੱਤਾ, ਉਹਨੇ ਮੈਨੂੰ ਆਹ ਨਹੀਂ ਦਿੱਤਾ, ਲੋਕ ਮੇਰਾ ਸਤਿਕਾਰ ਨਹੀਂ ਕਰਦੇ, ਮੇਰੇ ਕੋਲ ਆਹ ਨਹੀਂ ਹੈ, ਮੈਂ ਠੀਕ ਨਹੀਂ ਹਾਂ। ਇਹ ਚੀਜ਼ਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਲ ਸੌਦੇਬਾਜ਼ੀ ਕਰਨ ਵਾਲੀਆਂ ਹਨ। ਅਰਦਾਸ ਤੂੰ ਕਰ ਸਕਣਾ, ਅੱਗੇ ਸ਼ਬਦ ਆਉਣਗੇ ਕਿ ਨਜ਼ਰ ਤੇਰੀ ਅਰਦਾਸ ਮੇਰੀ, ਮੈਂ ਅਰਦਾਸ ਕਰ ਸਕਣਾ ਜੋ ਮੇਰਾ ਦੁੱਖ ਹੈ, ਜੋ ਮੇਰਾ ਕੰਮ ਹੈ ਮੈਂ ਅਰਦਾਸ ਕਰ ਸਕਣਾ। ਪਰ ਉਹ ਕੰਮ ਹੋ ਜਾਏ ਤੇ ਮਿੱਤਰਤਾ ਬਣ ਗਈ, ਨਾ ਹੋਇਆ ਤੇ ਮਿੱਤਰਤਾ ਟੁੱਟ ਗਈ। ਇਹ ਤੇ ਕੋਈ ਪ੍ਰੇਮ ਤੇ ਨਾ ਹੋਇਆ, ਇਹ ਤਾਂ ਫਿਰ ਸੌਦੇਬਾਜ਼ੀ ਹੋ ਗਈ। ਇੱਥੇ ਮੁੱਖ ਮਕਸਦ ਸਾਰੇ ਸੰਤਾਂ ਵਿੱਚ ਇੱਕੋ ਹੀ ਚੱਲੇਗਾ ਜੇ ਗਹਿਰਾਈ ਨਾਲ ਆਪਾਂ ਵੇਖਾਂਗੇ। ਤੇ ਮਹਾਰਾਜ ਕਹਿੰਦੇ ਕਾਇਆ ਜਿਹੜੀ ਹੈ ਤੇਰੀ ਉਹ ਉਲਟ ਜਾ ਰਹੀ ਹੈ ਪਰਮਾਤਮਾ ਦੇ। ਕਾਇਆ ਕੂੜ, ਕਾਹਦੇ ਕਰਕੇ ਉਲਟ ਜਾ ਰਹੀ ਹੈ? ਉਹਨੇ ਕੂੜ ਦੇ ਨਾਲ, ਇੱਥੇ ਕੂੜ ਦੇ ਅਰਥ ਨੇ ਝੂਠ। ਹੁਣ ਕੂੜ ਦੇ ਅਰਥ ਗੁਰਬਾਣੀ ਦੇ ਵਿੱਚ ਪੜ੍ਹੀਏ, ਇੱਕ ਤਾਂ ਕੂੜ ਬੋਲਣਾ ਹੈ, ਝੂਠ ਬੋਲਣਾ ਹੈ। ਕੂੜ ਸ਼ਬਦ ਕੂੜੇ ਤੋਂ ਬਣਿਆ, ਤੇ ਕੂੜਾ ਉਹਨੂੰ ਕਹਿੰਦੇ ਨੇ ਜਿਹੜਾ ਆਪਾਂ ਘਰ ਦੇ ਵਿੱਚੋਂ ਰੋਜ਼ ਮਾਂਜਾ ਮਾਰ ਕੇ ਬਾਹਰ ਕੱਢਨੇ। ਜੋ ਚੀਜ਼ ਤੇਰੇ ਕੰਮ ਨਹੀਂ ਆਉਣ ਵਾਲੀ, ਆਪਾਂ ਕਹਿੰਦੇ ਇਹਨੂੰ ਕੂੜੇ ਤੇ ਸਿੱਟ ਦਿਓ। ਇੱਥੇ ਜੋ ਸੰਸਾਰ ਦੇ ਵਿੱਚ ਨਜ਼ਰ ਆ ਰਿਹਾ ਹੈ, ਇੱਥੇ ਇਕੱਲਾ ਇੱਕ ਧਿਆਨ ਦੇਣਾ ਕਿ ਝੂਠ ਬੋਲਣ ਦੇ ਉੱਤੇ ਹੀ ਇਹ ਇਸ਼ਾਰਾ ਨਹੀਂ ਹੈ ਕਿ ਬੰਦਾ ਝੂਠ ਬੋਲਦਾ ਹੈ। ਠੀਕ ਹੈ, ਸੱਚ ਬੋਲਣਾ ਚੰਗੀ ਗੱਲ ਹੈ, ਪਰ ਇੱਥੇ ਭਾਵ ਅਰਥ ਇਹ ਹੈ ਕਿ ਜੋ ਚੀਜ਼ਾਂ ਝੂਠੀਆਂ ਹਨ ਜਾਂ ਨਾਸ਼ਮਾਨ ਹਨ, ਤੇ ਉਹਨਾਂ ਵਿੱਚ ਸਭ ਤੋਂ ਨੇੜੇ ਜਿਹੜੀ ਵਸਤੂ ਸਾਡੇ ਰਹਿੰਦੀ ਹੈ ਜਿਹੜੀ ਝੂਠੀ, ਉਹ ਸਾਡਾ ਸਰੀਰ ਹੈ। ਬਾਕੀ ਤੇ ਬਾਅਦ ਵਿੱਚ ਆਉਂਦੀਆਂ ਨੇ, ਮਕਾਨ ਬਾਅਦ ਵਿੱਚ ਆਏਗਾ, ਪਰਿਵਾਰ ਬਾਅਦ ਵਿੱਚ ਆਏਗਾ, ਕੁਰਸੀ ਬਾਅਦ ਵਿੱਚ ਆਏਗੀ, ਧਨ ਬਾਅਦ ਵਿੱਚ ਆਏਗਾ। ਜਿੰਨੀਆਂ ਚੀਜ਼ਾਂ ਨੇ ਉਹ ਬਾਅਦ ਵਿੱਚ ਨੇ। ਜਿਹੜੀ ਸਭ ਤੋਂ ਨੇੜੇ ਸਾਡੀ ਚੀਜ਼ ਰਹਿੰਦੀ ਸਾਡੇ ਤੇ, ਸਭ ਤੋਂ ਉਹ ਕੱਚੀ ਹੈ,
ਉਹ ਸਾਡੀ ਕਾਇਆ ਹੈ, ਕਿਉਂਕਿ ਇਹਦਾ ਪਤਾ ਕੋਈ ਨਹੀਂ ਹੈ। ਜੇ ਤੇ ਇਹਦਾ ਸਾਧ ਸੰਗਤ ਜੀ ਅਕਾਲ ਪੁਰਖ ਨੇ ਕਿਰਪਾ ਕੀਤੀ ਤੇ ਇਹਦੇ ਰਾਹੀਂ ਪਰਮੇਸ਼ਰ ਨਾਲ ਸਾਂਝ ਬਣ ਗਈ, ਫਿਰ ਤੇ ਪ੍ਰਵਾਨ ਹੋ ਗਈ ਦੇਈ, ਨਹੀਂ ਤਾਂ ਇਹਦਾ ਪਤਾ ਤਾਂ ਇੱਕ ਪਲ ਦਾ ਵੀ ਨਹੀਂ ਹੈ। ਬਾਣੀ ਵਿੱਚ ਭਗਤ ਜੀ ਕਹਿੰਦੇ, ਤੂੰ ਕਾਏ ਗਰਬੈ ਬਾਵਲੀ ਜੈਸੇ ਭਾਦੋਂ ਖੂੰਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਇਸ ਸ਼ਬਦ ਦੇ ਵਿੱਚ ਭਗਤ ਜੀ ਕਹਿੰਦੇ ਨੇ, ਤੂੰ ਕਾਏ ਗਰਬੈ ਬਾਵਲੀ। ਕਾਏ ਦਾ ਮਤਲਬ ਕਿਸ ਵਾਸਤੇ, ਜਿੱਥੇ ਜਿਵੇਂ ਇੱਥੇ ਕਾਹੇ ਸ਼ਬਦ ਵਰਤਿਆ ਉੱਥੇ ਕਾਏ ਹੈ। ਤੂੰ ਹੰਕਾਰ ਕਿਉਂ ਕਰਨੀ, ਇਸ ਦੇਹ ਨੂੰ ਕਿਹਾ ਹੈ, ਸਰੀਰ ਨੂੰ ਕਿਹਾ ਹੈ, ਜਾਂ ਮਨੁੱਖ ਨੂੰ ਕਿਹਾ ਹੈ। ਤੂੰ ਕਾਏ ਗਰਬੈ, ਹੰਕਾਰ ਕਾਹਦਾ ਕਰਨੀ, ਬਾਵਲੀ ਹੈ ਕਮਲੀ ਦੇ, ਤੂੰ ਕਾਹਦਾ ਹੰਕਾਰ ਕਰਨੀ ਹੈ। ਜੈਸੇ ਭਾਦੋਂ ਖੂੰਬ ਰਾਜ, ਭਾਦੋਂ ਦਾ ਅਰਥ ਹੈ ਭਾਦਰੋਂ ਦਾ ਮਹੀਨਾ। ਜਿਵੇਂ ਭਾਦਰੋਂ ਦੇ ਮਹੀਨੇ ਵਿੱਚ ਮੀਂਹ ਪੈਣ ਤੋਂ ਬਾਅਦ ਜਦੋਂ ਗਰਮੀ ਲੱਗਦੀ ਤੇ ਕਈ ਥਾਵਾਂ ਤੇ ਖੁੰਬ ਉੱਗ ਪੈਂਦੀ, ਕਈ ਥਾਵਾਂ ਤੁਸੀਂ ਵੇਖੋਗੇ ਚਿੱਟੇ ਰੰਗ ਦੀਆਂ ਖੁੰਬਾਂ ਆਪਣੇ ਆਪ ਉੱਗ ਪੈਂਦੀਆਂ। ਜੈਸੇ ਭਾਦੋਂ ਖੂੰਬ ਰਾਜ, ਤੇ ਉਹਦੀ ਉਮਰ ਹੁੰਦੀ ਹੈ 7-8 ਘੰਟੇ, ਜਾਂ ਇੱਕ ਦਿਨ ਕਹਿ ਲਓ, 12 ਘੰਟੇ ਕਹਿ ਲਓ। ਜੈਸੇ ਭਾਦੋਂ ਖੂੰਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਤੂੰ ਤਾਂ ਉਹ ਤਾਂ 7-8-10 ਘੰਟੇ ਕੱਢ ਜਾਏਗੀ, ਪਰ ਤੂੰ ਦੱਸ ਇਸ ਕੱਚੇ ਸਰੀਰ ਦਾ ਤੇਰੇ ਕੋਲ ਕੀ ਗਰੰਟੀ ਹੈ ਕਿ 7-8-10 ਘੰਟੇ ਕੱਢੇਗਾ ਕਿ ਨਹੀਂ ਕੱਢੇਗਾ। ਇਹਦਾ ਤੇ ਇੱਕ ਪਲ ਦਾ ਵੀ ਭਰੋਸਾ ਨਹੀਂ ਹੈ। ਵਿਗਾੜ ਕਿੱਥੋਂ ਪਿਆ ਹੈ? ਸਭ ਤੋਂ ਪਹਿਲਾ ਵਿਗਾੜ ਜਿਹੜਾ ਹੈ ਦੂਰੀ ਪ੍ਰਮਾਤਮਾ ਤੋਂ ਬਣੀ ਇੱਥੋਂ ਹੈ ਕਿ ਜੋ ਕਾਇਆ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਿਲੀ ਸੀ, ਉਹਦੇ ਉੱਤੇ ਅਸੀਂ ਕਬਜ਼ਾ ਕਰ ਲਿਆ। ਉਹਦੇ ਨਾਲ ਅਸੀਂ ਮਨਮਰਜ਼ੀ ਕਰਨ ਲੱਗ ਪਏ ਹਾਂ। ਉਹਦੇ ਨਾਲ ਅਸੀਂ ਮਤਲਬ ਸੰਸਾਰ ਵਾਸਤੇ ਸਾਰਾ ਕੁਝ ਕੰਮ ਕਰੀ ਜਾਂਦੇ ਹਾਂ। ਉਹ ਤਾਂ ਗੁਰੂ ਸਾਹਿਬ ਕਹਿੰਦੇ ਇਹੀ ਤੇਰੇ ਵਿਗਾੜ ਦਾ ਮੁੱਖ ਕਾਰਨ ਹੈ। ਕਾਇਆ ਕੂੜ ਵਿਗਾੜ, ਝੂਠੀਆਂ ਚੀਜ਼ਾਂ ਦੇ ਨਾਲ ਮੋਹ ਪਾਉਣ ਕਰਕੇ ਇਹ ਤੇਰਾ ਵਿਗਾੜ ਪੈ ਗਿਆ ਹੈ ਕਾਇਆ ਪਰਮਾਤਮਾ ਨਾਲੋਂ। ਤੇ ਹੁਣ ਭਾਵੇਂ ਤੂੰ ਨਹਾਉਂਦਾ ਰਹੋ ਤੇ ਭਾਵੇਂ ਕੁਝ ਵੀ ਕਰਦਾ ਰਹੋ। ਇੱਥੇ ਵੇਖੋ, ਇੱਕ ਕਰਮ ਦੇ ਉੱਤੇ ਸਿਰਫ ਇਹ ਸਵਾਲ ਕੀਤਾ ਹੈ ਵੀ ਤੂੰ ਕਿਉਂ ਕਰਨਾ ਹੈ। ਇੱਥੇ ਇਹ ਨਹੀਂ ਕਿਹਾ ਵੀ ਤੂੰ ਨਹਾਉਣਾ ਨਹੀਂ ਹੈ। ਇਹ ਧਿਆਨ ਰੱਖਣਾ, ਬੜੇ ਸ਼ਬਦ ਆਉਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਥੇ ਇਹ ਕਿਹਾ ਵੀ ਕੱਲਾ ਨਹਾ ਧੋ ਕੇ ਸੋਚ ਲਿਆ ਤੂੰ ਤੇ ਹੁਕਮ ਮੰਨਿਆ ਨਹੀਂ ਗੁਰੂ ਦਾ, ਝੂਠ ਦੇ ਨਾਲ ਜੀਵਨ ਲਿਵਰੇਜ ਰਿਹਾ, ਝੂਠ ਦੇ ਵਿੱਚ ਜੀਵਨ ਫਸਿਆ ਰਿਹਾ, ਮਨ ਦੀ ਮਰਜ਼ੀ ਕੀਤੀ, ਚਲਾਕੀਆਂ ਕੀਤੀਆਂ, ਧੋਖੇ ਦਿੱਤੇ, ਲੁੱਟ ਖੋਹ ਕੀਤੀ, ਸਾਧ ਸੰਗਤ ਜੀ ਦੂਜੇ ਦਾ ਹੱਕ ਖਾਧਾ, ਰਿਸ਼ਵਤਾਂ ਖਾਧੀਆਂ, ਦੇਸ਼ ਲੁੱਟ ਕੇ ਖਾ ਗਏ, ਤੇ ਉਧਰੋਂ ਨਹਾਈ ਗਏ ਤੇ ਉਧਰੋਂ ਅਖੰਡ ਪਾਠ ਕਰਾਈ ਗਏ। ਇੱਥੇ ਮਤਲਬ ਇਹ ਹੈ, ਵੇਖੋ ਜੇ ਦੂਜੇ ਨੂੰ ਕਵਾਂਗੇ ਨਾ ਵੀ ਤੇਰਾ ਤੀਰਥ ਹੈ ਤੇ ਤੀਰਥ ਨਹਾਉਣਾ ਪਖੰਡ ਹੈ, ਜਾਂ ਦੂਜੇ ਨੂੰ ਕਵਾਂਗੇ ਵੀ ਜਨੇਊ ਪਾਉਣਾ ਪਖੰਡ ਹੈ, ਤੇ ਫਿਰ ਆਪਣੇ ਵੱਲ ਵੀ ਥੋੜ੍ਹਾ ਜਿਹਾ ਵੇਖਣਾ ਪਏਗਾ। ਆਪਾਂ ਕਰ ਕੀ ਰਹੇ ਹਾਂ? ਸਾਡੇ ਜੀਵਨ ਦੇ ਵਿੱਚ ਸੱਚ ਕਿੰਨਾ ਕੁ ਹੈ? ਸਾਡੇ ਜੀਵਨ ਵਿੱਚ ਅਸਲੀਅਤ ਦੇ ਨਾਲ ਪਿਆਰ ਕਿੰਨਾ ਕੁ ਹੈ? ਅਸੀਂ ਸੱਚ ਦਾ ਪੱਖ ਕਿੰਨਾ ਕੁ ਲੈਂਦੇ ਹਾਂ ਕਿ ਆਪਣੇ ਕੰਮ ਸਾਰਨ ਵਾਸਤੇ, ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਤੇ ਆਪਣੇ ਆਸਨ ਬਚਾਉਣ ਵਾਸਤੇ ਬਈ ਸਾਡੀ ਤੋਰੀ ਫੁਲਕਾ ਚੱਲਦਾ ਰਹੇ, ਕਿ ਅਸੀਂ ਝੂਠ ਨਾਲ ਸਮਝੌਤਾ ਨਹੀਂ ਕੀਤਾ। ਤੇ ਜਦੋਂ ਝੂਠ ਨਾਲ ਸਮਝੌਤਾ ਕੀਤਾ ਤੇ ਗੁਰੂ ਨਾਲ ਵਿਗਾੜ ਪੈ ਗਿਆ, ਗੁਰੂ ਨਾਲ ਉਹ ਸੰਬੰਧ ਟੁੱਟ ਗਿਆ ਹੈ। ਉਹਨੂੰ ਮਹਾਰਾਜ ਕਹਿੰਦੇ ਕਾਇਆ ਕੂੜ ਵਿਗਾੜ ਕਾਹੇ ਨਹਾਈਐ, ਕਿੱਧਰ ਤੂੰ ਧਰਮ ਦੇ ਕੰਮ ਕਰਦਾ ਫਿਰਦਾ ਹੈ। ਵਿਗਾੜ ਤੇਰੀ ਕਾਇਆ ਦਾ ਇਹ ਮਨੁੱਖ ਪੈ ਚੁੱਕਾ ਹੈ ਪਰਮਾਤਮਾ ਦੇ ਨਾਲੋਂ, ਕਿਉਂਕਿ ਤੂੰ ਝੂਠ ਦੇ ਨਾਲ ਪ੍ਰੀਤ ਪਾਈ ਹੈ। ਨਾਤਾ ਸੋ ਪਰਵਾਨ ਸੱਚ ਕਮਾਈਆ। ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰਾ ਨਹਾਉਣਾ ਤਾਂ ਪ੍ਰਵਾਨ ਹੈ ਜੇ ਤੂੰ ਸੱਚ ਨੂੰ ਕਮਾਵੇਂਗਾ। ਹੁਣ ਸੱਚ ਕੀ ਹੈ? ਜਦੋਂ ਬਾਣੀ ਦੇ ਵਿੱਚ ਪੜ੍ਹੋਗੇ ਸੱਚ ਕੀ ਹੈ, ਤੇ ਸੱਚ ਨੂੰ ਪਛਾਣੀ ਦਾ ਕਿਵੇਂ ਆ ਵੀ ਸੱਚ ਕਿਹੜੀ ਚੀਜ਼ ਹੈ? ਜਦੋਂ ਬਾਣੀ ਪੜ੍ਹਦੇ ਹੋ ਤੇ ਸਤਿਗੁਰੂ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇੱਥੇ ਰਹਿਣ ਵਾਲੀ ਜੋ ਸੱਚੀ ਚੀਜ਼ ਹੈ ਉਹ ਸਿਰਫ ਪਰਮਾਤਮਾ ਦਾ ਨਾਮ ਹੈ ਤੇ ਉਹਦਾ ਪ੍ਰੇਮ ਹੈ। ਉਹਦੇ ਤੋਂ ਬਿਨਾਂ ਜੋ ਕੁਝ ਵੀ ਆਲੇ ਦੁਆਲੇ ਤੇਰੇ ਫਿਰਦਾ ਹੈ ਇਹ ਸਾਰਾ ਕੁਝ ਕੂੜ ਹੈ, ਤੇ ਤੂੰ ਸਾਰੇ ਕੁਝ ਨਾਲ ਮੋਹ ਪਾਇਆ ਸਿਰਫ ਪਰਮਾਤਮਾ ਨੂੰ ਛੱਡ ਕੇ। ਉਹਨੂੰ ਜਾਣੀਦਾ ਕਿਵੇਂ? ਹੁਣੇ ਤੁਸੀਂ
ਗੁਰੂ ਕੇ ਸਿੰਘਾਂ ਤੋਂ ਕੀਰਤਨੀਆਂ ਤੋਂ ਸੁਣਿਆ। ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਇੱਥੇ ਹਿਰਦੈ ਸੱਚਾ ਹੋਏ ਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਟਿਕੇਗਾ। ਪਹਿਲਾਂ ਮਹਾਰਾਜ ਕਹਿੰਦੇ ਤੇਰਾ ਹਿਰਦਾ ਸੱਚੇ ਦਾ ਅਰਥ ਸ਼ੁੱਧ ਹੋਵੇਗਾ, ਸੰਸਾਰ ਦੀ ਤ੍ਰਿਸ਼ਨਾ ਵੱਲੋਂ, ਸੰਸਾਰ ਦੇ ਮੋਹ ਵੱਲੋਂ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਝੂਠ ਦੀ ਮੈਲ ਯਾਨੀ ਕਿ ਸੰਸਾਰ ਦਾ ਮੋਹ, ਇਹ ਗੁਰੂ ਕੇ ਸ਼ਬਦ ਦੇ ਪਾਣੀ ਨਾਲ ਉਤਰੇਗਾ। ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਧੋਏ। ਇਹ ਤਨ ਭਾਵ ਗਿਆਨ ਇੰਦਰੇ ਦੇ ਅੰਗ ਨੇ ਜਿਹੜੇ ਸਰੀਰ ਦੇ, ਉਹ ਸੁੱਚੇ ਹੋ ਜਾਣਗੇ, ਪਵਿੱਤਰ ਹੋ ਜਾਣਗੇ। ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਆਤਮਾ ਰੂਪੀ ਤੀਰਥ। ਹੁਣ ਆਤਮਾ ਕਿੱਥੇ ਰਹਿੰਦੀ ਸਾਡੇ ਸਰੀਰ ਦੇ ਵਿੱਚ? ਆਪਾਂ ਤੇ ਸਾਰਾ ਦਿਨ ਮਾਈਂਡ ਵਿੱਚ ਰਹਿੰਦੇ ਆ, ਇੱਥੇ ਆਪਾਂ ਸਾਰਾ ਦਿਨ ਵਿਚਾਰਾਂ ਵਿੱਚ ਰਹਿੰਦੇ ਆ। ਇੱਥੇ ਆਤਮਾ ਥੋੜ੍ਹੀ ਹੈ। ਵਿਚਾਰ ਦਾ ਆਤਮਾ ਨਾਲ ਕੋਈ ਸੰਬੰਧ ਨਹੀਂ। ਤੇ ਗੁਰੂ ਕਹਿੰਦੇ ਨੇ ਤੂੰ ਆਤਮਾ ਤੀਰਥ ਤੇ ਨਿਵਾਸ ਕਰ। ਆਪਾਂ ਕਹਿੰਦੇ ਆ ਵਿਚਾਰ ਕਰੋ। ਠੀਕ ਹੈ, ਵਿਚਾਰ ਇੱਕ ਸਟੈਪ ਹੈ ਸਿਰਫ। ਆਪਾਂ ਵੀ ਹੁਣ ਵਿਚਾਰ ਹੀ ਕਰ ਰਹੇ ਹਾਂ ਨਾ, ਗੁਰਮਤਿ ਵਿਚਾਰ ਕਹਿੰਦੇ ਆ, ਕਥਾ ਕਹਿੰਦੇ ਆ। ਵਿਚਾਰ ਸਿੱਖ ਨੇ ਜ਼ਰੂਰ ਕਰਨੀ ਹੈ, ਪਰ ਵਿਚਾਰ ਪਰਮਾਤਮਾ ਦੇ ਰਸਤੇ ਵਿੱਚ ਆਉਣ ਵਾਲੀ ਇੱਕ ਕਲਾਸ ਹੈ। ਵਿਚਾਰ ਅੰਤਿਮ ਕਲਾਸ ਨਹੀਂ ਹੈ। ਇੱਥੇ ਸਾਡੇ ਪਹਿਲਾਂ ਜਿਹੜੇ ਪੰਡਤ ਭੁੱਲੇ ਸਨ ਤੇ ਭਗਤਾਂ ਨੇ ਉਹਨਾਂ ਨੂੰ ਕਿਹਾ ਵੀ ਕਿੱਧਰ ਸਿੰਘ ਫਸਾਈ ਫਿਰਦੇ ਹੋ, ਆਪਸ ਵਿੱਚ ਗੱਲਾਂ ਵਿੱਚ ਹੀ ਫਸ ਗਏ ਹੋ ਸਿਰਫ। ਇਦੋਂ ਅੱਗੇ ਵੀ ਤੁਰੋ ਥੋੜ੍ਹਾ ਜਿਹਾ। ਵਿਚਾਰ ਤੋਂ ਅੱਗੇ ਜਿਹੜਾ ਨਿਰਵਿਚਾਰ, ਜਿੱਥੇ ਕੋਈ ਵਿਚਾਰ ਨਹੀਂ ਆਉਂਦਾ, ਜਿੱਥੇ ਸਦਾ ਸੱਚ ਹੀ ਹੈ, ਇੱਕੋ ਚੀਜ਼, ਇੱਕ ਧੁਨ ਉੱਠ ਰਹੀ ਉਸ ਥਾਂ ਦੇ ਉੱਤੇ ਪ੍ਰੇਮ ਦੀ, ਤਾਂ ਉੱਥੇ ਆਤਮ ਤੀਰਥ ਤੇ ਅਸੀਂ ਕਦੀ ਜਾਂਦੇ ਨਹੀਂ। ਜਾਂ ਤੇ ਸਾਡਾ ਧਿਆਨ ਸਵੇਰੇ ਉੱਠਦਿਆਂ ਮੂੰਹ ਵੱਲ ਜਾਂਦਾ ਸ਼ੀਸ਼ੇ ਅੱਗੇ ਖਲੋ ਕੇ, ਤੇ ਜਾਂ ਆਪਣਾ ਭਾਰ ਤੋਲਨੇ ਆ ਸਵੇਰੇ ਉੱਠਦੇ ਆ, ਤੇ ਜਾਂ ਸ਼ੂਗਰ ਚੈੱਕ ਕਰਾਉਂਦੇ ਆ। ਇਹੀ ਸਾਡਾ ਕੰਮ ਹੈ। ਮਾਸ ਤੱਕ ਸਾਡੀ ਜ਼ਿੰਦਗੀ ਘੁੰਮਦੀ ਚੌਵਾਂ ਪਾਸੇ। ਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਸ਼ੂਗਰ ਚੈੱਕ ਕਰਾਓ, ਇਹਦਾ ਬਲੱਡ ਪ੍ਰੈਸ਼ਰ ਚੈੱਕ ਕਰੋ, ਇਹਨੂੰ ਨਾਸ਼ਤਾ ਕਿੰਨਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਸਰੀਰ ਦੀ ਸੰਭਾਲ ਨਹੀਂ ਕਰਨੀ ਚਾਹੀਦੀ, ਪਰ ਸਾਡੀ ਜ਼ਿੰਦਗੀ ਘੁੰਮਦੀ ਕਿਤੇ ਦੁਆਲੇ ਪਈ ਹੈ। ਅਸੀਂ ਖੜੇ ਕਿਹੜੇ ਥਾਂ ਤੇ? ਬਿਲਕੁਲ ਪਿਛਲੀ ਪੌੜੀ ਡੰਡੇ ਤੇ ਖਲੋ ਗਏ। ਇਹਨੂੰ ਪਾਲਣ ਪੋਸ਼ਣ ਤੇ ਫਿਰ ਇਹਦੇ ਕੱਪੜਿਆਂ ਵੱਲ ਧਿਆਨ, ਫਿਰ ਇਹਦੀ ਹਾਈਟ ਵੱਲ ਧਿਆਨ, ਫਿਰ ਇਹਦੇ ਨੈਣ ਨਕਸ਼ਾਂ ਵੱਲ ਧਿਆਨ। ਬਸ ਇੱਥੋਂ ਤੱਕ। ਗੁਰੂ ਕਾ ਸਿੱਖ ਗੁਰੂ ਕੇ ਸ਼ਬਦ ਦੁਆਰਾ ਸਰੀਰ ਤੋਂ ਅੱਗੇ ਇੱਕ ਛਲਾਂਗ ਲਾ ਜਾਂਦਾ ਹੈ, ਉਹਨੂੰ ਕਹਿੰਦੇ ਨੇ ਮਨ। ਹੁਣ ਮਨ ਦੇ ਵਿੱਚ ਇਹ ਬੜਾ ਘੋਲ ਹੈ ਵੱਡਾ। ਮਨ ਦਾ ਜਿਹੜਾ, ਮਨ ਦੇ ਵਿੱਚ ਜਦੋਂ ਵਿਚਾਰਾਂ ਚੱਲਦੀਆਂ ਨੇ, ਉਹ ਗੁਰੂ ਦੀ ਵਿਚਾਰ ਵੀ ਹੈ ਤੇ ਸੰਸਾਰਕ ਮਾਨਸਿਕ ਵਿਚਾਰ ਵੀ ਹੈ। ਉਹ ਹੌਲੀ ਹੌਲੀ ਭਰੀਏ ਹੱਥ ਪੈਰ ਤਨ ਦੇ ਵਾਲੀ ਪੌੜੀ ਤੁਸੀਂ ਪੜ੍ਹੀ, ਮੈਂ ਸਮੇਂ ਅਨੁਸਾਰ ਅੱਗੇ ਚੱਲਾਂ। ਮਨ ਨੂੰ ਧੋਂਦਾ ਹੈ। ਮਨ ਤੋਂ ਅੱਗੇ ਫਿਰ ਜਦੋਂ ਤੁਰਦਾ ਤੇ ਫਿਰ ਬੁੱਧੀ ਆਉਂਦੀ ਹੈ, ਤੇ ਬੁੱਧੀ ਹੈ ਜਿਹੜੀ ਉਹ ਫੈਸਲੇ ਲੈਂਦੀ ਹੈ। ਬੁੱਧੀ ਦਾ ਅਰਥ ਹੈ ਫੈਸਲੇ ਲੈਣ ਵਾਲੀ। ਤੇ ਉਹ ਜਦੋਂ ਧੁੱਪ ਜਾਂਦੀ ਉਦੋਂ ਉੱਥੇ ਪੈਦਾ ਹੋ ਜਾਂਦਾ ਵਿਵੇਕ, ਤੇ ਵਿਵੇਕ ਦਾ ਪ੍ਰਕਾਸ਼ ਫਿਰ ਸਾਰੇ ਜੀਵਨ ਤੇ ਪੈਂਦਾ ਹੈ। ਵਿਵੇਕ ਉਹ ਡੰਡਾ ਹੈ ਜਿੱਥੇ ਪੈਰ ਰੱਖ ਕੇ ਮਨੁੱਖ ਆਤਮਾ ਨੂੰ ਵੇਖ ਸਕਦਾ ਹੈ। ਵਿਵੇਕ ਐਸੀ ਥਾਂ ਹੈ, ਜਿਵੇਂ ਆਪਾਂ ਕਹਿੰਦੇ ਹਾਂ ਐਸ ਪੌੜੀ ਤੇ ਚੜ੍ਹ ਕੇ ਸੂਰਜ ਦਿਸਦਾ ਹੈ। ਕੰਧ ਦੇ ਉੱਲੇ ਸੀ ਸੂਰਜ, ਇੱਥੋਂ ਡੰਡੇ ਤੇ ਚੜ੍ਹ ਕੇ ਸੂਰਜ ਦਿਸਦਾ ਹੈ। ਇਹ ਵਿਵੇਕ ਕੀ? ਹੁਣ ਗੱਲ ਤਾਂ ਸਾਰੀ ਸਮੇਂ ਦੀ ਹੁੰਦੀ ਹੈ ਨਾ, ਵੀ ਉਹ ਵਿਵੇਕ ਆਪਾਂ ਵੱਖਰੇ ਤੌਰ ਤੇ ਵਿਚਾਰ ਸਕਨੇ ਹਾਂ। ਵਿਵੇਕ ਦੇ ਡੰਡੇ ਤੇ ਖਲੋ ਕੇ ਆਤਮ ਤੀਰਥ ਦੇ ਦਰਸ਼ਨ ਹੁੰਦੇ ਨੇ। ਤੇ ਮਹਾਰਾਜ ਕਹਿੰਦੇ ਆਤਮਾ ਉਹਨੂੰ ਕਹਿੰਦੇ ਨੇ ਜਿੱਥੇ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਉੱਥੇ ਆਤਮਾ ਹੈ। ਹੁਣ ਉੱਥੇ ਕਦੀ ਗਏ ਹਾਂ ਅਸੀਂ? ਸਰੀਰ ਦੇ ਵਿੱਚ ਜ਼ਿੰਦਗੀ ਘੁੰਮਦੀ, ਸਾਡੀ ਕਾਲ ਦੇ ਵਿੱਚ ਘੁੰਮਦੀ ਏ। ਇਸ ਕਰਕੇ ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਗੁਰੂ ਨੂੰ ਪੁੱਛ ਕੇ ਆਤਮਾ ਤੀਰਥ ਤੇ ਬੈਠਾ ਰਵੇ। ਇੱਥੇ ਬਹਿਣ ਦਾ ਅਰਥ ਹੈ ਮਨ ਦਾ ਰੁਕਣਾ, ਮਨ ਦਾ ਟਿਕ ਜਾਣਾ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਇਹ ਸੱਚ ਦੀ ਵਿਆਖਿਆ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ।
ਤੇ ਮਹਾਰਾਜ ਕਹਿੰਦੇ ਨਹਾਤਾ ਸੋ ਪ੍ਰਵਾਨ, ਉਹ ਹੀ ਨਹਾਤਾ ਹੋਇਆ ਪ੍ਰਵਾਨ ਹੋਏਗਾ ਗੁਰੂ ਦੇ ਦਰ ਤੇ ਜਦੋਂ ਉਹ ਸੱਚ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਗੁਰੂ ਕੇ ਹੁਕਮ ਤੇ ਚੱਲੇਗਾ। ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਆ। ਜਬ ਸਾਚ ਅੰਦਰ ਹੋਏ ਸਾਚਾ, ਤੁਕਾਂ ਸਮਝਣ ਵਾਲੀਆਂ ਨੇ। ਤਾਮ ਸਾਚਾ ਪਾਈਐ, ਸੱਚੇ ਵਾਹਿਗੁਰੂ ਦੀ ਪ੍ਰਾਪਤੀ ਕਦੋਂ ਹੋਏਗੀ? ਜਦੋਂ ਪਹਿਲੇ ਸੱਚ ਦਾ ਅਰਥ ਹੈ, ਜਦੋਂ ਸੱਚ ਹੋਏਗਾ ਤਾਂ ਮਹਾਰਾਜ ਪਹਿਲੇ ਸੱਚ ਦੇ ਵਿੱਚ ਕਹਿੰਦੇ ਕਿ ਜਬ ਸਾਚ ਅੰਦਰ, ਜਦੋਂ ਅੰਦਰ ਸੱਚਾ ਨਾਮ ਜਾਏਗਾ, ਪਹਿਲੇ ਸੱਚ ਦਾ ਅਰਥ ਹੈ ਜਦੋਂ ਗੁਰੂ ਦਾ ਸੱਚਾ ਸ਼ਬਦ ਅੰਦਰ ਗਿਆ, ਹੋਏ ਸਾਚਾ, ਉਦੋਂ ਜੀਵਨ ਸੱਚਾ ਹੋ ਜਾਏਗਾ। ਤਾਮ ਸਾਚਾ ਪਾਈਐ, ਤੇ ਪਰਤ ਕੇ ਫਿਰ ਸੱਚੇ ਦੀ ਪ੍ਰਾਪਤੀ ਹੋਵੇਗੀ। ਜਿੰਨਾ ਚਿਰ ਮਨੁੱਖ ਸੱਚਾ ਨਹੀਂ, ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਦੀ ਕੋਈ ਦਰਵਾਜ਼ਾ ਹੈ ਹੀ ਨਹੀਂ, ਕੋਈ ਰਸਤਾ ਹੈ ਹੀ ਨਹੀਂ ਹੈ। ਤਾਂ ਉਹ ਜਦੋਂ ਸੁੱਧ ਹੋਵੇਗਾ, ਇੱਥੇ ਸਾਚੇ ਦਾ ਅਰਥ ਹੈ ਸ਼ੁੱਧ ਹੋਣਾ, ਹੰਕਾਰ ਤੋਂ ਰਹਿਤ ਹੋਣਾ, ਤ੍ਰਿਸ਼ਨਾ ਤੋਂ ਰਹਿਤ ਹੋਣਾ, ਹੋਰ ਜਿੰਨੇ ਯਾਨੀ ਕਿ ਅਵਗਣ ਨੇ ਉਹਨਾਂ ਤੋਂ ਖਲਾਸ ਹੋ ਜਾਣਾ, ਛੁੱਟ ਜਾਣਾ, ਫਿਰ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਆ। ਮਹਾਰਾਜ ਕਹਿੰਦੇ ਵੀ ਜਿਵੇਂ ਬੰਦਾ ਸਵੇਰ ਤੋਂ ਸ਼ਾਮ ਤੱਕ ਕਈ ਕੁਝ ਬੋਲਦਾ, ਪਰ ਜੇ ਨੋਟ ਨਾ ਕਰੇ, ਉਦਾਹਰਨ ਦਿੱਤੀ ਹੈ, ਜੇ ਲਿਖੇ ਨਾ ਤੇ ਉਹਨੂੰ ਯਾਦ ਨਹੀਂ ਰਹਿੰਦਾ। ਸਿੱਧੇ ਜਿਹੇ ਸਾਦੇ ਅਰਥ ਨੇ ਬਿਲਕੁਲ। ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਏ। ਜੇ ਤੁਸੀਂ ਲਿਖਦੇ ਨਹੀਂ ਤੇ ਬੋਲਦੇ ਜਿੰਨੇ ਮਰਜ਼ੀ, ਉਹ ਤੁਹਾਨੂੰ ਭੁੱਲ ਜਾਂਦਾ ਹੈ, ਯਾਦ ਨਹੀਂ ਰਹਿੰਦਾ। ਇਹਦਾ ਅਰਥ ਹੈ ਕਿ ਅਸੀਂ ਚੰਗੀਆਂ ਗੱਲਾਂ ਬੋਲੀ ਜਾਈਏ, ਚੰਗੀ ਗੱਲ ਬਹਿ ਕੇ ਕਰੀ ਜੀ। ਆਪਾਂ ਕਹਿੰਦੇ ਫਲਾਣਾ ਬੰਦਾ ਕਥਾ ਬੜੀ ਸੋਹਣੀ ਕਰਦਾ, ਸਾਨੂੰ ਵੀ ਤੁਸੀਂ ਕਹਿੰਦੇ ਹੋ ਰੋਜ਼। ਚਲੋ ਕਥਾ ਗੁਰੂ ਦੀ ਹੈ, ਕਥਾ ਚੰਗੀ ਹੈ, ਜਿਹੜੀ ਉਹਨੂੰ ਨਮਸਕਾਰ ਹੈ, ਸ਼ਬਦ ਦੀ ਕਥਾ ਹੋਵੇ, ਵਿਚਾਰ ਹੋਵੇ, ਗੁਰੂ ਦੀ ਵਿਚਾਰ ਦੇ ਅਨੁਸਾਰ ਹੋਵੇ। ਪਰ ਮਹਾਰਾਜ ਨੇ ਉਹਦੇ ਉੱਤੇ ਵੀ ਉਂਗਲ ਚੁੱਕੀ, ਉਹਦੇ ਉੱਤੇ ਵੀ ਸਵਾਲ ਕੀਤਾ, ਕਿਤੇ ਕੱਲੀਆਂ ਗੱਲਾਂ ਸੁਣਾ ਕੇ ਲੋਕਾਂ ਨੂੰ ਨਾ ਐਵੇਂ ਝੂਮਾ ਦਵਾਈ ਜਾਈ। ਵੇਖ ਜੋ ਕੁਝ ਕਰਨਾ, ਜੇ 100% ਕਹਿਣਾ, 10% ਕਰਦਾ ਵੀ ਹੈ ਕਿ ਨਹੀਂ ਉਹਦੇ ਵਿੱਚੋਂ। ਚੰਗੀਆਂ ਗੱਲਾਂ ਕਰੀ ਜਾਣੀਆਂ। ਚੰਗੀਆਂ ਗੱਲਾਂ ਕਿਹਨੂੰ ਨਹੀਂ ਆਉਂਦੀਆਂ? ਤੇ ਅੱਜ ਦੀ ਇਹ ਕਹਾਣੀ ਹੈ, ਕਬੀਰ ਸਾਹਿਬ ਦੇ ਸਮੇਂ ਦੀ ਚੱਲਦੀ ਹੈ। ਕਬੀਰ ਸਾਹਿਬ ਕਹਿੰਦੇ ਵੀ ਸਾਹਮਣੇ ਖੂਹ ਹੈ ਤੇ ਹੱਥ ਵਿੱਚ ਦੀਵਾ ਫੜਿਆ ਹੈ, ਤੇ ਦੀਵਾ ਫੜ ਕੇ ਛਾਲ ਮਾਰਦਾ। ਦੱਸੋ ਇਹਦਾ ਇਲਾਜ ਕੀ ਕਰੋਗੇ ਤੁਸੀਂ? ਗੱਲਾਂ ਬੜੀਆਂ ਉੱਠ ਕੇ ਸਵੇਰੇ ਅਸੀਂ ਕਰਨੀ ਸ਼ੁਰੂ ਕਰ ਦਿੰਦੇ ਹਾਂ, ਬੜੀਆਂ ਸੋਹਣੀਆਂ ਗੱਲਾਂ ਨੇ। ਫਿਰ ਸਾਰਾ ਦਿਨ ਵਰਤਦਾ ਕੀ ਸਾਡੇ ਜੀਵਨ ਦੇ ਵਿੱਚ? ਝੂਠ, ਫਰੇਬ, ਚੁਗਲੀ, ਨਿੰਦਿਆ, ਧੋਖੇ ਦੇਣੇ, ਇੱਕ ਦੂਜੇ ਨੂੰ ਲੱਤਾਂ ਖਿੱਚਣੀਆਂ, ਮੇਰੇ ਤੋਂ ਕੋਈ ਅੱਗੇ ਨਾ ਲੰਘ ਜਾਏ, ਮੇਰੇ ਤੋਂ ਕੋਈ ਪਿੱਛੇ ਨਾ ਰਹਿ ਜਾਏ। ਇਹ ਸਿੱਖੀ ਦੇ ਗੁਣ ਨੇ? ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਜਿਹੜਾ ਅਸੀਂ ਸਿਮਰਨ ਨਿਤਨੇਮ ਕਰਨੇ, ਉਹਦੇ 'ਚ ਲਿਖਿਆ ਹੋਇਆ ਸਾਰਾ ਕੁਝ? ਨਹੀਂ, ਸਾਧ ਸੰਗਤ ਜੀ, ਕਥਨੀ ਰਹਿ ਗਈ ਸਾਰੀ। ਬਹੁਤ ਘੱਟ ਕਰਨੀ। ਕਥਾ ਸੁਣ ਲਓ ਜਿੰਨੀ ਮਰਜ਼ੀ, ਕੋਈ ਕਮੀ ਨਹੀਂ ਅੱਜ ਰਹਿ ਗਈ। ਤੇ ਵੈਸੇ ਤੇ ਕਥਨੀ ਵੀ ਹੁਣ ਬਦਲ ਦਿੱਤੀ ਅਸੀਂ ਆਪਣੀ ਮਨ ਮਰਜ਼ੀ ਦੇ ਅਨੁਸਾਰ। ਗੁਰੂ ਦੀ ਗੱਲ, ਸ਼ਬਦ ਦੀ, ਇੱਥੇ ਸ਼ਬਦ ਸੁਰਤ ਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ ਅੱਜ। ਉਹ ਤਾਂ ਹੁੰਦੀ ਬੜੀ ਘੱਟ ਹੈ। ਸੁਰਤ ਸ਼ਬਦ ਦੀ ਗੱਲ ਤਾਂ ਹੁੰਦੀ ਬੜੀ ਘੱਟ ਹੈ। ਬਸ ਚੰਗਿਆਈਆਂ ਤੇ ਪੁੰਨਾਂ ਦਾਨਾਂ ਦੀਆਂ ਗੱਲਾਂ ਹੁੰਦੀਆਂ ਨੇ, ਹੋਰ ਕੀ ਅਸੀਂ ਕਰਨਾ ਹੈ? ਇੱਥੇ ਕਹਿੰਦੇ ਲਿਖੇ ਬਾਝੋਂ ਸੁਰਤ ਨਾਹੀ। ਸੁਰਤ ਦਾ ਅਰਥ ਹੁੰਦਾ ਮਨੁੱਖ ਦੀ ਇੱਕ ਉਹ ਸ਼ਕਤੀ ਜਿਹਦੇ ਨਾਲ ਉਹ ਕਿਸੇ ਵੀ ਕੰਮ ਦੇ ਪ੍ਰਤੀ ਜਾਗਦਾ ਹੈ। ਅਵੇਅਰਨੈਸ, ਹੋਸ਼, ਗਿਆਨ। ਸੁਰਤ ਦੇ ਅਰਥ ਨੇ ਗਿਆਨ। ਅਸੀਂ ਸਾਰੀਆਂ ਚੀਜ਼ਾਂ ਦੇ ਪ੍ਰਤੀ ਸੁਰਤ ਰੱਖਦੇ ਹਾਂ, ਸਰੀਰ ਦੇ ਪ੍ਰਤੀ ਵੀ, ਕੱਪੜਿਆਂ ਦੇ ਪ੍ਰਤੀ ਵੀ, ਮੈਚਿੰਗ ਵੀ ਪੂਰੀ ਰੱਖਦੇ ਹਾਂ, ਵੀ ਪੱਗ ਵੀ ਉਹੋ ਜਿਹੀ ਹੋਵੇ ਤੇ ਜੁੱਤੀ ਵੀ ਉਵੇਂ ਦੀ ਹੋਵੇ। ਸਾਰੀਆਂ ਚੀਜ਼ਾਂ ਵਾਸਤੇ ਸਾਡੇ ਕੋਲ ਸੁਰਤ ਹੈ। ਖਾਣਾ ਪੀਣਾ ਵਧੀਆ ਹੋਵੇ, ਹੋਰ ਚੀਜ਼ਾਂ ਵਧੀਆ ਹੋਣ। ਜੇ ਸੁਰਤ ਨਹੀਂ ਤੇ ਜਿਹਨੂੰ ਗੁਰੂ ਕਹਿੰਦਾ ਉਹ ਤੇਰੀ ਅੱਖ ਦੇ ਸਾਹਮਣੇ ਪਰਮਾਤਮਾ ਹੀ, ਉਹਦੇ ਬਾਰੇ ਅਸੀਂ ਹੋਸ਼ ਵਿੱਚ ਕੋਈ ਨਹੀਂ, ਉਹਦੇ ਬਾਰੇ ਆਪਾਂ ਬੇਹੋਸ਼ ਬੈਠੇ ਹੋਏ ਹਾਂ। ਜੇ ਬੇਹੋਸ਼ ਆ ਤਾਂ ਹੀ ਝੂਠ ਬੋਲਦੇ ਹਨ, ਜੇ ਬੇਹੋਸ਼ ਆ ਤਾਂ ਹੀ ਠੱਗੀਆਂ ਮਾਰਨੇ ਆ। ਜੇ ਉਹ ਨਾਲ ਜਾਣਿਆ, ਜੇ ਉਹ ਕੋਲ ਸਮਝ ਲਿਆ, ਤੇ ਫਿਰ ਮਨੁੱਖ ਗਲਤ ਰਸਤੇ ਤੇ ਝੂਠ ਵਾਲੇ ਪਾਸੇ ਨਹੀਂ ਜਾ ਸਕਦਾ।
ਇਸ ਕਰਕੇ ਕਹਿੰਦੇ ਗੱਲਾਂ ਕਰੀ ਜਾਂਦੇ ਆ, ਬੋਲ ਬੋਲ ਗਵਾਈਐ ਲਿਖੇ ਬਾਝੋਂ ਸੁਰਤ ਨਾਹੀ। ਜਿੰਨਾ ਚਿਰ ਤੂੰ ਹਿਰਦੇ ਦੀ ਤਖਤੀ ਦੇ ਉੱਤੇ, ਭਾਵ ਦਿਲ ਦੇ ਉੱਤੇ, ਮਨ ਦੇ ਉੱਤੇ ਪਰਮਾਤਮਾ ਦਾ ਨਾਮ ਨਹੀਂ ਲਿਖਦਾ, ਗੁਰੂ ਕਾ ਉਪਦੇਸ਼ ਨਹੀਂ ਲਿਖਦਾ, ਤੇ ਇਹ ਮੂੰਹ ਤੋਂ ਬੋਲੀਆਂ ਹੋਈਆਂ ਪ੍ਰਾਰਥਨਾਵਾਂ ਜਿਹੜੀਆਂ ਨੇ, ਬੜੀਆਂ ਬੜੀਆਂ ਗੱਲਾਂ ਅੱਜ ਕੱਲ ਤੁਸੀਂ ਸੁਣਦੇ ਹੋ, ਇਹ ਸਾਰੀਆਂ ਹਵਾ ਵਿੱਚ ਉੱਡ ਜਾਂਦੀਆਂ ਹਨ। ਜਿੱਥਾ ਜਾਏ ਬਹੀਆ ਭਲਾ ਕਹੀਆ, ਸੁਰਤ ਸ਼ਬਦ ਲਿਖਾਈਆ। ਗੁਰਮਤਿ ਦਾ ਮੁੱਖ ਆਧਾਰ ਗੁਰੂ ਸਾਹਿਬ ਨੇ ਇਸ ਪੰਕਤੀ ਵਿੱਚ ਕਿਹਾ ਹੈ। ਕਹਿੰਦੇ ਦੋ ਕੰਮ ਕਰ ਲੈ, ਜੇ ਤੂੰ ਪ੍ਰਮਾਤਮਾ ਦੇ ਨੇੜੇ ਹੋਣਾ ਹੈ, ਦੋ ਕੰਮ ਕਰ ਲੈ। ਇੱਕ ਤਾਂ ਜਿੱਥੇ ਜਾਏ ਬਹੀਏ ਭਲਾ ਕਹੀਏ, ਇਹਦਾ ਅਰਥ ਹੈ ਕਿ ਜਿੱਥੇ ਵੀ ਤੈਨੂੰ ਪ੍ਰਮਾਤਮਾ ਰੱਖ ਰਿਹਾ ਹੈ, ਉਹਨੂੰ ਭਲਾ ਕਰਕੇ ਪ੍ਰਵਾਨ ਕਰ ਲੈ। ਇੱਥੇ ਭਲਾ ਕਹੀਏ ਦਾ ਮਤਲਬ ਬੋਲਣਾ ਨਹੀਂ ਹੈ। ਅਰਥ ਹੋਣਗੇ ਠੀਕ ਹੈ, ਮੈਨੂੰ ਪਤਾ ਵੀ ਕਈਆਂ ਨੇ ਕਹਿਣਾ ਅਰਥ ਉੱਥੇ ਲਿਖੇ ਠੀਕ ਹੈ। ਟੀਕਿਆਂ ਨੇ ਆਪਣੇ ਹਿਸਾਬ ਨਾਲ ਅਰਥ ਲਿਖੇ ਨੇ, ਉਹ ਕਿਸੇ ਹੱਦ ਤੱਕ ਠੀਕ ਹੈ ਵੀ ਜਿੱਥੇ ਬਈਏ ਭਲਾ ਬੋਲਣਾ ਚਾਹੀਦਾ। ਇੱਥੇ ਭਲੇ ਦਾ ਅਰਥ ਹੈ ਕਿ ਸੱਤ ਕਰਕੇ ਮੰਨਣਾ, ਪਰਮਾਤਮਾ ਦੇ ਹੁਕਮ ਨੂੰ ਭਲਾ ਕਰਕੇ ਮੰਨਣਾ। ਤੈਨੂੰ ਪਰਮਾਤਮਾ ਨੇ ਜਿੱਥੇ ਬਹਿਣ ਵਾਸਤੇ ਥਾਂ ਦਿੱਤੀ ਹੈ, ਤੂੰ ਤਾਂ ਉਹਦੇ ਨਾਲ, ਕਿਉਂਕਿ ਸਾਰਾ ਸ਼ਬਦ ਜਿਹੜਾ ਨਾ ਉਹ ਪਰਮਾਤਮਾ ਦੇ ਵਿਰੋਧ ਦੀ ਗੱਲ ਕਰ ਰਿਹਾ। ਸਾਡੇ ਜਿਹੜੇ ਮਨ ਦੇ ਵਿੱਚ ਵਿਰੋਧ ਹੈ, ਮੈਨੂੰ ਇੱਥੇ ਕਿਉਂ ਬਹਿਣਾ ਪਿਆ। ਜਿੱਥੇ ਜਾਏ ਬਈਏ ਭਲਾ ਕਹੀਏ, ਪਰਮਾਤਮਾ ਨੇ ਜਿਹੜੀ ਥਾਂ ਤੇ ਤੈਨੂੰ ਬਿਠਾਇਆ ਹੈ, ਜਿਹੜੇ ਥਾਂ ਤੇ ਤੈਨੂੰ ਬਿਠਾਇਆ ਹੈ, ਉਹ ਕਿਵੇਂ ਦਾ ਵੀ ਥਾਂ ਹੈ, ਉਦਮ ਕਰ, ਯਤਨ ਕਰ, ਪਰ ਸੱਚ ਦੇ ਆਸਰੇ ਉਦਮ ਕਰੀ, ਝੂਠ ਦੇ ਆਸਰੇ ਉਦਮ ਨਾ ਕਰੀ। ਆਪਣੀ ਥਾਂ ਉੱਚੀ ਬਣਾਉਣ ਦੀ ਹਰ ਇੱਕ ਬੰਦੇ ਦੇ ਅੰਦਰ ਇੱਛਾ ਹੁੰਦੀ ਹੈ। ਮਹਾਰਾਜ ਕਹਿੰਦੇ ਹਿੰਮਤ ਕਰ ਸਕਣਾ, ਉਦਮ ਕਰ, ਉਹ ਤੈਨੂੰ ਉੱਚਾ ਕਰੇਗਾ ਜ਼ਰੂਰ, ਪਰ ਤੂੰ ਆਪ ਉੱਚਾ ਹੋਣ ਵਾਸਤੇ ਦੂਜਿਆਂ ਨੂੰ ਥੱਲੇ ਡੇਗਣਾ ਹੈ, ਇਹ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੈ। ਤੂੰ ਕਿਸੇ ਨੂੰ ਡੇਗ ਕੇ ਉਹਦੀ ਥਾਂ ਤੇ ਬਹਿਣਾ ਚਾਹੁੰਦਾ। ਆ ਤੁਸੀਂ ਸੁਣਿਆ ਨਾ, ਗੁਰੂ ਨਾਨਕ ਸਾਹਿਬ ਜਦੋਂ ਮੁਲਤਾਨ ਗਏ ਸੀ, ਉੱਥੇ ਪੀਰ ਬੜੇ ਰਹਿੰਦੇ ਸੀ, ਫਕੀਰ ਬੜੇ ਰਹਿੰਦੇ ਸਨ, ਤੇ ਗੁਰੂ ਸਾਹਿਬ ਬਾਹਰ ਆ ਕੇ ਬੈਠ ਗਏ ਖੂਹ ਦੇ ਕੰਢੇ ਤੇ। ਫਕੀਰਾਂ ਨੂੰ ਪਤਾ ਲੱਗ ਗਿਆ, ਉਹਨਾਂ ਕਿਹਾ ਵੀ ਨਾਨਕ ਤਪਾ, ਗੁਰੂ ਸਾਹਿਬ ਨੂੰ ਤਪਾ ਕਹਿੰਦੇ ਸੀ ਉਦੋਂ। ਗੁਰੂ ਨਾਨਕ ਸਾਹਿਬ ਆ ਗਏ ਨੇ, ਤੇ ਉਹ ਜੇ ਇੱਥੇ ਮੁਲਤਾਨ ਦੇ ਵਿੱਚ ਆ ਗਏ ਤੇ ਸਾਡੇ ਨਾਲ ਗੱਲਬਾਤ ਹੋਈ, ਤੇ ਉਹਨਾਂ ਨੇ ਸਾਡੀ ਸਾਰੀ ਜਿਹੜੀ ਥਿਉਰੀ ਸੀ ਉਹ ਖੰਡਨ ਕਰ ਦੇਣੀ। ਸਾਡਾ ਜੋ ਕੁਝ ਅਸੀਂ ਲੋਕਾਂ ਨੂੰ ਸਿਖਾ ਰਹੇ ਹਾਂ ਉਹਨਾਂ ਨੇ ਖੰਡਨ ਕਰ ਦੇਣਾ, ਤੇ ਫਿਰ ਕੀ ਕਰਾਂਗੇ। ਤੋਰੀ ਫੁਲਕਾ ਚੱਲਦਾ, ਉਹ ਵੀ ਜਾਂਦਾ ਰਹੇਗਾ। ਤਾਂ ਉਹਨਾਂ ਨੇ ਸੁਨੇਹਾ ਭੇਜਿਆ, ਚਿੱਠੀ ਭੇਜੀ ਗੁਰੂ ਸਾਹਿਬ ਨੂੰ, ਤੇ ਚਿੱਠੀ ਕਾਗਜ਼ ਤੇ ਲਿਖ ਕੇ ਨਹੀਂ ਭੇਜੀ। ਉਹਨਾਂ ਨੇ ਇੱਕ ਦੁੱਧ ਦਾ ਪਿਆਲਾ ਆਪਣੇ ਇੱਕ ਸੇਵਕ ਨੂੰ ਦੇ ਕੇ ਭੇਜਿਆ, ਜਿਹੜਾ ਪਿਆਲਾ ਕੰਢੇ ਤੱਕ ਭਰਿਆ ਹੋਇਆ ਸੀ। ਉਹ ਲੈ ਕੇ ਆਏ, ਭਾਈ ਮਰਦਾਨਾ ਜੀ ਕੋਲ ਬੈਠੇ ਸਨ, ਗੁਰੂ ਨਾਨਕ ਸਾਹਿਬ ਦੇ ਅੱਗੇ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਵੇਖਿਆ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਚੰਬੇਲੀ ਦਾ ਫੁੱਲ ਸੀ ਕੋਲ, ਉਹ ਗੁਰੂ ਸਾਹਿਬ ਨੇ ਤੋੜ ਕੇ ਉਸ ਪਿਆਲੇ ਦੇ ਉੱਤੇ ਰੱਖ ਦਿੱਤਾ। ਤੇ ਭਾਈ ਮਰਦਾਨਾ ਕਹਿੰਦਾ, ਮਹਾਰਾਜ ਉਹ ਤੇ ਦੁੱਧ ਪਿਆਉਣ ਲਈ ਲਿਆਏ ਨੇ, ਤੁਸੀਂ ਇਹਦੇ ਉੱਤੇ ਫੁੱਲ ਕਾਹਤੋਂ ਰੱਖਿਆ। ਤੇ ਸਤਿਗੁਰੂ ਕਹਿੰਦੇ, ਮਰਦਾਨਿਆਂ, ਇਹ ਪੀਣ ਵਾਸਤੇ ਨਹੀਂ ਪੀਰਾਂ ਨੇ ਭੇਜਿਆ, ਫਕੀਰਾਂ ਨੇ, ਇਹ ਸੁਨੇਹਾ ਭੇਜਿਆ ਉਹਨਾਂ ਨੇ। ਕਹਿੰਦੇ ਸੁਨੇਹਾ ਕਾਹਦਾ ਹੈ। ਕਹਿੰਦੇ ਸੁਨੇਹਾ ਇਹ ਹੈ ਕਿ ਇੱਥੇ ਪਹਿਲਾਂ ਹੀ ਨੱਕੋ ਨੱਕ ਕੰਢਿਆਂ ਤੱਕ ਇੱਥੇ ਪਹਿਲਾਂ ਹੀ ਬੜੇ ਫਕੀਰ ਨੇ, ਤੁਹਾਡੀ ਕੋਈ ਲੋੜ ਨਹੀਂ, ਤੁਸੀਂ ਨਾ ਆਇਆ ਜੇ। ਤੇ ਮੈਂ ਬੇਨਤੀ ਕਰਾਂ, ਧਾਰਮਿਕ ਦੁਨੀਆ ਵਿੱਚ ਸਭ ਤੋਂ ਵੱਡੀ ਬਿਮਾਰੀ ਆ ਜੇ, ਸਭ ਤੋਂ ਜ਼ਿਆਦਾ। ਹੋਰ ਅਸੀਂ ਸ਼ਰਾਬ ਛੱਡ ਦਿਆਂਗੇ, ਸਾਰਾ ਕੁਝ ਛੱਡ ਦਿਆਂਗੇ, ਮੈਂ ਨਹੀਂ ਕਹਿੰਦਾ ਵੀ ਸ਼ਰਾਬ ਚੰਗੀ ਚੀਜ਼ ਹੈ। ਅਸੀਂ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਛੱਡ ਕੇ ਤੇ ਹੋਰ ਗੱਲਾਂ ਛੱਡ ਕੇ ਸੋਚਦੇ ਹਾਂ ਵੱਡੇ ਧਾਰਮਿਕ ਬਣ ਗਏ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ, ਮਰਦਾਨਿਆਂ, ਇਹ ਕਹਿੰਦੇ ਵੀ ਇੱਥੇ ਨਾ ਆਇਆ ਜੇ, ਇੱਥੇ ਪਿਆਲਾ ਪਹਿਲਾਂ ਹੀ ਫੁੱਲ ਹੈ। ਤੇ ਉਹ ਬਿਰਤੀ ਅੱਜ ਵੀ ਚੱਲ ਰਹੀ ਹੈ। ਮਨੁੱਖ ਜਿੱਥੇ ਹੈ ਉੱਥੇ ਉਹਦਾ ਧਿਆਨ ਰਹਿੰਦਾ, ਦੂਜਾ ਨਾ ਆ ਕੇ ਖਲੋ ਜਾ ਉਸ ਥਾਂ ਦੇ ਉੱਤੇ। ਸਤਿਗੁਰੂ ਨੇ ਕਿਹਾ, ਮਰਦਾਨਿਆਂ ਨਾਲ ਸੁਨੇਹਾ ਭੇਜਿਆ, ਤੇ ਹੁਣ ਅਸੀਂ ਵੀ ਸੁਨੇਹਾ ਭੇਜਣਾ। ਉੱਤੇ ਫੁੱਲ ਰੱਖ ਦਿੱਤਾ, ਤੇ ਫੁੱਲ ਉੱਤੇ ਤਰ ਗਿਆ। ਕਹਿੰਦੇ ਜਾ ਵਾਪਸ ਜਾ ਕੇ ਫਕੀਰਾਂ ਨੂੰ ਵਿਖਾ ਦੇ। ਜਦੋਂ ਜਾ ਕੇ ਵਿਖਾਇਆ ਤੇ ਉਹਨਾਂ ਦੇ ਪੈਰ ਥੱਲਿਓਂ ਜ਼ਮੀਨ ਨਿਕਲ ਗਈ, ਆ ਕੇ ਝੁਕ ਗਏ। ਕਹਿਣ ਲੱਗੇ, ਉਹ ਫਕੀਰੋ,
ਫਕੀਰ ਤੇ ਥਾਂ ਮੱਲਦਾ ਹੀ ਨਹੀਂ। ਤੁਸੀਂ ਤੇ ਥਾਵਾਂ ਨਾਲ ਜੁੜੇ ਹੋਏ ਹੋ, ਤੁਸੀਂ ਤੇ ਥਾਂ ਮੱਲ ਕੇ ਬੈਠੇ ਹੋ। ਫਕੀਰ ਤੇ ਫੁੱਲ ਵਰਗਾ ਹੁੰਦਾ ਹੈ, ਉਹ ਤੇ ਕੋਈ ਥਾਂ ਹੀ ਨਹੀਂ ਮੱਲਦਾ। ਪਰ ਤੁਹਾਡੀ ਜਿਹੜੀ ਚੀਜ਼ ਹੈ, ਤੁਸੀਂ ਤੇ ਥਾਵਾਂ ਕਬਜ਼ੇ ਕਰਕੇ ਬੈਠੇ ਹੋ ਵੀ ਸਾਡਾ ਕਿਤੇ ਕਬਜ਼ਾ ਨਾ ਛੁੱਟ ਜਾਏ ਉੱਤੋਂ। ਮਹਾਰਾਜ ਕਹਿੰਦੇ ਜਿੱਥੇ ਵੀ ਤੈਨੂੰ ਥਾਂ ਮਿਲੀ ਹੈ, ਜਿੱਥੇ ਜਾਏ ਬਹੀਐ ਭਲਾ ਕਹੀਐ। ਆਪਣੀ ਥਾਂ ਤੇ ਆਨੰਦ ਦੇ ਵਿੱਚ ਰਹੋ। ਤੇ ਮਹਾਰਾਜ ਕਹਿੰਦੇ ਦੂਜਾ ਕੰਮ ਕਿਹੜਾ? ਸੁਰਤ ਸ਼ਬਦ ਲਿਖਾਈ ਹੈ। ਸ਼ਬਦ ਦੇ ਵਿੱਚ ਸੁਰਤੀ ਨੂੰ ਜੋੜਨਾ, ਇਹ ਮਹਾਰਾਜ ਦਾ ਸਿਧਾਂਤ ਹੈ। ਸ਼ਬਦ ਕੀ ਹੈ? ਗੁਰੂ ਕੀ ਬਾਣੀ। ਬਾਣੀ ਵਿੱਚ ਸੁਰਤੀ ਨੂੰ ਜੋੜਨਾ, ਬਾਣੀ ਨੂੰ ਸੁਰਤ ਨਾਲ ਸੁਣਨਾ। ਸ਼ਬਦ ਦੇ ਵੈਸੇ ਕਈ ਰੂਪ ਨੇ, ਪਰ ਇੱਕ ਮੁੱਖ ਰੂਪ ਹੈ ਜਿਹੜਾ ਬਾਣੀ ਦੀ ਵਿਚਾਰ। ਦੂਜਾ ਹੈ ਸ਼ਬਦ ਦੀ ਧੁਨ ਦੇ ਵਿੱਚ ਧਿਆਨ ਲਾਉਣਾ। ਇਹ ਦੋ ਤਰ੍ਹਾਂ ਦਾ ਸ਼ਬਦ ਦੇ ਨਾਲ ਜੁੜਨਾ ਹੈ। ਸੋ ਮਹਾਰਾਜ ਇੱਥੇ ਬਚਨ ਕਰ ਰਹੇ ਹਨ ਕਿ ਸੁਰਤ ਸ਼ਬਦ ਲਿਖਾਈ ਹੈ। ਇਹ ਜਿਹੜਾ ਲੇਖਾ ਹੈ, ਲੇਖ ਲਿਖਣਾ ਚਾਹੀਦਾ ਹੈ। ਕਾਇਆ ਕੂੜ ਵਿਗਾੜ ਕਾਹੇ ਨਾਈਆ। ਮਹਾਰਾਜ ਕਹਿੰਦੇ ਕਾਇਆ ਨੂੰ ਵਿਗਾੜ ਕੇ, ਭਾਵ ਪਾਪਾਂ ਵਿੱਚ ਗਰਕ ਕਰਕੇ ਨਹਾਉਣਾ ਧੋਣਾ ਕੀ ਹੋਇਆ? ਭਾਵ ਕਿਸੇ ਅਰਥ ਨਹੀਂ ਲੱਗਦਾ। ਤਾ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਤੇ ਨਾਲ ਇਹ ਪੱਕਾ ਕਰ ਕਿ ਜੋ ਤੂੰ ਜਪਣਾ ਵੀ ਏ, ਉਹਦੇ ਅੱਗੇ ਅਰਦਾਸ ਕਰ ਵੀ ਸੱਚੇ ਪਾਤਸ਼ਾਹ ਤੂੰ ਜਪਾਇਆ ਤੇ ਤਾਂ ਹੀ ਮੈਂ ਜਪਿਆ। ਮੇਰੇ ਆਪਣੇ ਵੱਸ ਦੀ ਗੱਲ ਨਹੀਂ। ਆਪ ਜੀ ਨੇ ਜੋ ਕਹਾਇਆ ਹੈ ਉਹ ਹੀ ਕਿਹਾ ਹੈ। ਅੰਮ੍ਰਿਤ ਹਰਿ ਕਾ ਨਾਮ ਮੇਰਾ ਮਨ ਭਾਇਆ। ਇਸ ਤਰ੍ਹਾਂ ਅੰਮ੍ਰਿਤ ਹਰੀ ਦਾ ਨਾਮ, ਜੋ ਨਾਮ ਰਸ ਹੈ, ਉਹ ਮੇਰੇ ਮਨ ਦੇ ਵਿੱਚ ਭਾਇਆ। ਭਾਵ ਚੰਗਾ ਲੱਗਾ ਹੈ, ਪ੍ਰਵਾਨ ਹੋਇਆ। ਮਨ ਨੇ ਉਹਨੂੰ ਸ਼ੌਂਕ ਦੇ ਨਾਲ ਆਪਣੇ ਅੰਦਰ ਜੋੜ ਲਿਆ ਹੈ। ਨਾਮ ਮੀਠਾ ਮਨ ਹੈ ਲਾਗਾ ਦੁਖ ਡੇਰਾ ਢਾਹਿਆ। ਇਹ ਨਾਮ ਰਸ ਮਿੱਠਾ ਲੱਗਾ ਮਨ ਦੇ ਵਿੱਚ, ਗੁਰਮੁਖ ਦੇ ਅੰਦਰ। ਤੇ ਜਿਸ ਨਾਮ ਨੇ ਅੰਦਰ ਟਿਕ ਕੇ ਦੁੱਖਾਂ ਦਾ ਡੇਰਾ ਦੂਰ ਕਰ ਦਿੱਤਾ, ਢਾ ਦਿੱਤਾ ਹੈ। ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫਰਮਾਇਆ। ਤੇ ਜਦੋਂ ਇਸ ਤਰ੍ਹਾਂ ਬੰਦਗੀ ਕੀਤੀ ਗੁਰਮੁਖ ਨੇ, ਤੇ ਜਦੋਂ ਉਹ ਫਰਮਾਨ ਹੋਇਆ, ਜਾਮ ਤੈਂ ਫਰਮਾਇਆ। ਮਹਾਰਾਜ ਆਪ ਜੀ ਦੇ ਫਰਮਾਨ ਦੇ ਨਾਲ ਹੀ ਸੁਖ ਦੀ ਦਾਤ ਜਿਹੜੀ ਸੀ, ਆਨੰਦ ਦੀ ਦਾਤ ਅੰਦਰ ਆਣ ਵਸੀ। ਨਦਰ ਤੁਧ ਅਰਦਾਸ ਮੇਰੀ ਜਿਨੇ ਆਪ ਉਪਾਇਆ। ਜਿਨੇ ਸਾਰੇ ਜਗਤ ਨੂੰ ਪੈਦਾ ਕੀਤਾ, ਸਾਡੀ ਉਹਦੇ ਅੱਗੇ ਅਰਦਾਸ ਹੈ। ਜੋ ਦੁੱਖ ਸੁੱਖ ਹੈ ਉਹਦਾ ਅਰਦਾਸ ਕਰਨਾ ਸਿੱਖ ਦਾ ਫਰਜ਼ ਹੈ। ਪਰ ਕਿਰਪਾ ਉਹਦੀ ਨਾਲ ਕੰਮ ਹੋਣਾ ਹੈ, ਉਹਦੀ ਦ੍ਰਿਸ਼ਟੀ ਦੇ ਨਾਲ ਕਾਰਜ ਸੁੱਧ ਹੋਣੇ ਹਨ। ਤਾ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ। ਮਹਾਰਾਜ ਕਹਿੰਦੇ ਇਸ ਭਾਵਨਾ ਵਿੱਚ ਰਹੋ ਗੁਰੂ ਕੇ ਪਿਆਰਿਓ, ਵੀ ਜੇ ਉਸਨੇ ਕਹਾਇਆ ਹੈ ਤਾਂ ਹੀ ਨਾਮ ਦਾ ਜਾਪ, ਨਾਮ ਦਾ ਕਹਿਣ, ਬਾਣੀ ਦਾ ਅਭਿਆਸ ਕੀਤਾ ਹੈ। ਵਾਰੀ ਖਸਮ ਕਢਾਏ ਕਿਰਤ ਕਮਾਵਣਾ। ਇਹ ਵਾਰੀ ਹੈ ਮਨੁੱਖਾ ਜਨਮ ਦੀ। ਜੇ ਖਸਮ ਇਸ ਮਾਇਆ ਦੇ ਸਮੁੰਦਰ ਵਿੱਚੋਂ ਕੱਢ ਲਵੇ, ਚਿੱਕੜ ਵਿੱਚੋਂ, ਤੇ ਕਿਰਤ ਕਮਾਵਣਾ, ਜਿਹੜੇ ਸਾਡੇ ਕਰਮਾਂ ਦਾ ਝੱਖੜ ਹੈ, ਉਹਦੇ ਵਿੱਚੋਂ ਕਿਰਪਾ ਕਰਕੇ ਜੇ ਕੱਢ ਲਵੇ ਤਾਂ ਮੰਦਾ ਕਿਸੈ ਨ ਆਖ ਝਗੜਾ ਪਾਵਣਾ। ਉਸ ਚਿੱਕੜ ਵਿੱਚੋਂ ਨਿਕਲਣ ਦਾ ਇੱਕ ਇਹ ਵੀ ਮਰਿਆਦਾ ਹੈ ਕਿ ਐਵੇਂ ਜਣੇ ਖਣੇ ਨੂੰ ਮਾੜਾ ਆਖ ਕੇ ਝਗੜਿਆਂ ਵਿੱਚ ਪੈ ਰਹਿਣਾ, ਇਹ ਵੀ ਸਮੇਂ ਨੂੰ ਖਰਾਬ ਕਰਦਾ ਹੈ। ਮਹਿ ਪਾਏ ਝਗੜਾ ਸੁਆਮ ਸੇਤੀ ਆਪ ਆਪ ਵਜਾਵਣਾ। ਮਹਾਰਾਜ ਕਹਿੰਦੇ ਸੁਆਮ ਸੇਤੀ, ਸੁਆਮੀ ਦੇ ਨਾਲ ਝਗੜਾ ਨਾ ਕਰ। ਜਿਹੜੀ ਗੱਲ ਆਪਾਂ ਸ਼ੁਰੂ ਵਿੱਚ ਕੀਤੀ ਸੀ ਕਿ ਇਹ ਬਾਣੀ ਜਿਹੜੀ ਹੈ, ਸ਼ਬਦ ਜਿਹੜਾ ਹੈ, ਪਰਮਾਤਮਾ ਨਾਲ ਝਗੜੇ ਦੀ ਗੱਲ ਕਰ ਰਿਹਾ। ਸੁਆਮੀ ਦੇ ਨਾਲ ਝਗੜਾ ਨਾ ਕਰ, ਆਪਣੀ ਸੋਹਣੀ ਜ਼ਿੰਦਗੀ ਨੂੰ ਗਵਾ ਨਾ, ਸਮਾਂ ਨਿਕਲਦਾ ਜਾ ਰਿਹਾ ਹੈ। ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੁਆਵਣਾ। ਜਿਹਦੀ ਸੰਗਤ ਕਰਨੀ ਸੀ, ਜਿਹਦੇ ਅੱਗੇ ਝੁਕਣਾ ਸੀ, ਜਿਸ ਵਾਹਿਗੁਰੂ ਦੇ ਅੱਗੇ ਤੂੰ ਆਪਾ ਸੌਂਪਣਾ ਸੀ, ਤੂੰ ਤਾਂ ਉਹਦਾ ਸ਼ਰੀਕ ਬਣ ਕੇ ਬਹਿ ਗਿਆ। ਤੂੰ ਤਾਂ ਕੁਝ ਬਣਨਾ ਚਾਹੁੰਦਾ ਵੀ ਮੈਂ ਆਹ ਬਣ ਜਾ, ਮੈਂ ਉਹ ਬਣ ਜਾ। ਤੂੰ ਤਾਂ ਕੋਈ ਹੋਂਦ ਜਿਤਾਉਣੀ ਚਾਹੁੰਦਾ, ਤੂੰ ਤਾਂ ਉਹਦੇ ਵਿੱਚ ਲੀਨ ਹੋਣਾ ਸੀ। ਉਹਦੇ ਅੱਗੇ ਆਪਣੇ ਉਲਾਮੇ ਰੋਈ ਜਾਂਦਾ ਵੀ ਮੇਰਾ ਬਣਦਾ ਕੁਝ ਨਹੀਂ, ਮੈਂ ਬਣਿਆ ਕੁਝ ਨਹੀਂ। ਮਹਾਰਾਜ ਫਰਮਾਨ ਕਰਦੇ ਹਨ, ਜੋ ਦੇ ਸਹਿਣਾ ਮਨਹਿ ਕਹਿਣਾ
ਆਖ ਨਾਹੀ ਵਾਵਣਾ। ਅਸਲੀ ਜੀਵਨ ਤਾਂ ਇਹ ਹੈ ਕਿ ਜੋ ਦੇਵੇ ਉਹਨੂੰ ਸਹਿਣ ਕਰਨਾ ਚਾਹੀਦਾ ਗੁਰੂ ਦੀ ਕਿਰਪਾ ਦੇ ਨਾਲ। ਤੇ ਮਨ ਦੇ ਵਿੱਚ ਸਾਡੇ ਜੋ ਹੈ ਉਹ ਜਾਣਦਾ ਹੈ। ਮਨ ਦੇ ਵਿੱਚ ਜੋ ਅਸੀਂ ਕਹਿੰਦੇ ਆ ਉਹਨੂੰ ਦੁੱਖ ਸੁੱਖ ਦਾ ਪਤਾ ਹੈ। ਐਵੇਂ ਮੂੰਹ ਬਹੁਤਾ ਬੋਲ ਕੇ ਉਲਾਮੇ ਨਹੀਂ ਦੇਣੇ ਚਾਹੀਦੇ। ਵਾਰੀ ਖਸਮ ਕਢਾਏ ਕਿਰਤ ਕਮਾਵਣਾ। ਵਾਰੀ ਹੈ ਜੇ ਖਸਮ ਕੱਢ ਦੇਵੇ ਸੰਸਾਰ ਦੇ ਦੁੱਖ ਦੇ ਵਿੱਚੋਂ, ਜਿਹੜੀ ਕਿਰਤ ਕਰਮਾਂ ਕਰਕੇ ਦੁੱਖਾਂ ਵਿੱਚ ਪਏ ਹੋਏ ਹਾਂ। ਆਪ ਸਭ ਉਪਾਇਨ ਆਪ ਆਪੇ ਨਦਰ ਕਰੇ। ਸਭ ਉਪਾਇਨ ਆਪ ਆਪੇ ਨਦਰ ਕਰੇ। ਸਾਰਿਆਂ ਨੂੰ ਆਪ ਹੀ ਪੈਦਾ ਕਰਨ ਵਾਲਾ ਹੈ ਤੇ ਸਾਰਿਆਂ ਨੂੰ ਵੇਖ ਵੀ ਰਿਹਾ ਹੈ। ਆਪਾਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ, ਸਾਰਿਆਂ ਨੂੰ ਉਹ ਆਪਣੀ ਦ੍ਰਿਸ਼ਟੀ ਦੇ ਵਿੱਚ ਰੱਖ ਰਿਹਾ ਹੈ। ਕੌੜਾ ਕੋਈ ਨਾ ਮੰਗਾ ਮਿੱਠਾ ਸਭ ਮੰਗਾ। ਮਹਾਰਾਜ ਕਹਿੰਦੇ ਸੰਸਾਰ ਦੀ ਕਾਰ ਇਸ ਤਰ੍ਹਾਂ ਦੀ ਹੈ ਵੀ ਕੌੜਾ ਕੋਈ ਨਹੀਂ ਮੰਗਦੇ, ਭਾਵ ਘਾਟਾ ਕੋਈ ਨਹੀਂ ਮੰਗਦਾ, ਸਾਰੇ ਵੱਧ ਹੀ ਮੰਗਦੇ ਨੇ। ਮਹਾਰਾਜ ਮੇਰੇ ਕੋਲ ਹੀ ਸਭ ਤੋਂ ਜ਼ਿਆਦਾ ਹੋਵੇ। ਸਾਰੇ ਮਿੱਠਾ ਹੀ ਮੰਗਦੇ ਨੇ, ਪਰ ਉਹਨੇ ਸੰਸਾਰ ਚਲਾਉਣਾ, ਉਹਦੇ ਵਿੱਚ ਉਹਨੇ ਕੌੜੇ ਵੀ ਰੱਖੇ ਨੇ ਤੇ ਮਿੱਠੇ ਵੀ ਰੱਖੇ ਨੇ, ਸਾਰੀ ਤਰ੍ਹਾਂ ਦੇ ਨੇ। ਪਰ ਮਨੁੱਖ ਮਿੱਠਾ ਮੰਗਦਾ, ਭਾਵ ਆਪਣੇ ਪੱਖ ਦਾ ਹੀ ਮੰਗਦਾ ਹੈ, ਆਪਣੀ ਮਮਤਾ ਦੇ ਨਾਲ ਜੁੜਿਆ ਹੋਇਆ ਹੈ। ਸਭ ਕੋਈ ਮਿੱਠਾ ਮੰਗ ਦੇਖਾ ਖਸਮ ਪਾਵੈ ਸੋ ਕਰੇ। ਸਾਰੇ ਮਿੱਠਾ ਮੰਗ ਕੇ ਵੇਖਦੇ ਹਨ, ਭਾਵ ਜੋ ਉਹਨਾਂ ਦੇ ਮਨ ਦੀ ਮਰਜ਼ੀ ਹੈ ਉਹ ਮੰਗ ਕੇ ਵੇਖਦੇ, ਪਰ ਕਰਨਾ ਤਾਂ ਅਕਾਲ ਪੁਰਖ ਨੇ ਆਪਣੇ ਹਿਸਾਬ ਦੇ ਨਾਲ ਹੈ। ਦੇਣਾ ਤਾਂ ਉਹਨੇ ਮਨੁੱਖ ਦੇ ਪਰਾਲਬਧ ਭਾਗ ਦੇ ਅਨੁਸਾਰ ਹੈ। ਸਾਰੇ ਹੀ ਮਿੱਠਾ ਮੰਗ ਕੇ, ਭਾਵ ਜ਼ਿਆਦਾ ਮੰਗ ਕੇ ਦੇਖਦੇ ਹਨ। ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲਨਾ ਸਮਸਾਰੇ। ਮਹਾਰਾਜ ਕਹਿੰਦੇ ਭਾਵੇਂ ਕਿੰਨੇ ਪੁੰਨ ਦਾਨ ਨੇ ਸੰਸਾਰ ਦੇ ਅੰਦਰ ਤੇ ਹੋਰ ਕਈ ਪ੍ਰਕਾਰ ਦੀਆਂ ਚੰਗਿਆਈਆਂ ਹਨ, ਕਹਿੰਦੇ ਨਾਮ ਦੇ ਬਰਾਬਰ ਕੁਝ ਨਹੀਂ ਹੈ। ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਹੈ, ਉਹਦੇ ਵਿੱਚ ਸਾਰੀਆਂ ਚੰਗਿਆਈਆਂ ਹਨ, ਹੋਰ ਕਰਨੀਆਂ ਉਹਦੇ ਬਰਾਬਰ ਤੇ ਨਹੀਂ ਹਨ। ਇਸ ਕਰਕੇ ਸਭ ਤੋਂ ਵੱਡੀ ਦਾਤ ਉਹਦੇ ਨਾਮ ਵਿੱਚ ਜੁੜਨਾ ਤੇ ਉਹਦੇ ਹੁਕਮ ਵਿੱਚ ਜੁੜਨਾ। ਇੱਕ ਵਾਰੀ ਹਾਜ਼ਰੀ ਲਵਾਈਏ ਸਾਰੇ ਗੁਰੂ ਪਿਆਰ ਦੇ ਵਿੱਚ, ਜਪੋ ਪਿਆਰ ਦੇ ਨਾਲ, ਵਾਹਿਗੁਰੂ 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 ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ, ਨਾਨਕਾ ਜਿਨ ਨਾਮ ਮਿਲਿਆ
ਕਰਮ ਹੋਆ ਧੁਰ ਕਦੇ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਜਿਨ੍ਹਾਂ ਤੇ ਬਖਸ਼ਿਸ਼ ਹੋਈ ਹੈ, ਕਦੇ ਸਮੇਂ ਬਾਅਦ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹਨ, ਉਹਨਾਂ ਨੂੰ ਵੱਡੇ ਖਜ਼ਾਨੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸਭ ਉਪਾਇਨ ਆਪ ਆਪੇ ਨਦਰ ਕਰੇ। ਇਹ ਸਾਰੇ ਜੀਵ ਵਾਹਿਗੁਰੂ ਨੇ ਆਪ ਪੈਦਾ ਕੀਤੇ ਹਨ, ਆਪ ਸਾਰਿਆਂ ਨੂੰ ਦ੍ਰਿਸ਼ਟੀ ਕਰਕੇ ਵੇਖ ਰਿਹਾ ਹੈ। ਜਿਨ੍ਹਾਂ ਦੇ ਭਾਗ ਖੁੱਲ੍ਹਦੇ ਉਹਨਾਂ ਨੂੰ ਨਾਮ ਦੀ ਦਾਤ ਦਿੰਦਾ। ਗੁਰੂ ਨਾਨਕ ਸਾਹਿਬ ਅੱਜ ਦੇ ਸ਼ਬਦ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਸਾਧ ਸੰਗਤ ਜੀ, ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦਾ ਸ਼ੁਕਰਾਨਾ, ਸਾਰਿਆਂ ਦਾ ਧੰਨਵਾਦ। ਸਤਿਕਾਰਯੋਗ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦਾ ਸ਼ੁਕਰਾਨਾ, ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ। ਸਭ ਉਪਾਇਨ ਆਪ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।